श्री गुरु ग्रंथ साहब की हजूरी च आओ फतेह की सांझ पाईए। श्री वाहिगुरू जी का खालसा वाहिगुरू जी की फतेह। संगत जीओ, आपां कोई स्पीचेस नहीं करनियां, कोई स्पीचां नहीं करनियां, जिवें कहने हुंदे आ गल्लां बातां करते हैं, क्योंकि जिहड़ा सत्थ दा माहौल हुंदा ना एक ਉਹਦੇ 'ਚ ਹੀ आदान प्रदान जदों विचारां दा हुंदा, ਉਹ माहौल इहो जिहा भी फेर ही सानूं असल गल दी समझ आउंदी आ, ਜਾਂ ਕਿਸੇ ਨਾ ਕਿਸੇ ਕਲੈਰਿਟੀ ਤੇ ਪਹੁੰਚਦੇ ਆ ਅਸੀਂ ਤੇ ਮੰਥਨ ਕਰਦੇ ਆ ਵੀ ਸਾਡੇ ਮਸਲੇ ਕੀ ਆ ਤੇ ਮਸਲਿਆਂ ਦਾ ਹੱਲ ਕੀ ਹੋਣਾ ਚਾਹੀਦਾ। ਅੱਜ ਤੁਸੀਂ ਫੇਸਬੁੱਕ ਤੇ ਵੀ ਦੇਖਿਆ ਹੋਊਗਾ, ਹੋਰ ਇੰਸਟਾਗ੍ਰਾਮ ਤੇ ਵੀ ਦੇਖਿਆ ਹੋਊਗਾ, ਤੇ ਹਰ ਸ਼ਖਸੀਅਤ ਜਿਹੜੀ ਪੰਜਾਬ ਦੀ ਆ ਉਹ ਇਹੀ ਗੱਲ ਕਰ ਰਹੀ ਵੀ ਪੰਜਾਬ ਆਪਣੀ ਹੋਂਦ ਦੀ ਲੜਾਈ ਲੜ ਰਿਹਾ। ਹੁਣ ਇਸ ਗੱਲ ਨੂੰ ਪਹਿਲਾਂ ਤਾਂ ਸਮਝਣਾ ਵੀ ਸਾਡੀ ਹੋਂਦ ਤੇ ਲੜਾਈ ਕਿਵੇਂ ਆ। ਗੱਲ ਕਿਸਾਨੀ ਦੀ ਚੱਲ ਰਹੀ ਆ, ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਆ। ਸੋ ਇਸ ਗੱਲ ਨੂੰ ਸਮਝਣਾ ਤੇ ਪੰਜਾਬ ਦੀ ਹੋਂਦ ਆ ਜਿਹੜੀ ਉਹ ਜੁੜੀ ਕਿਸ ਇਹੋ ਜਿਹੀ ਕਿੱਥੇ ਪਈ ਆ, ਕਿੰਨਾ ਚੀਜ਼ਾਂ ਨਾਲ ਜੁੜੀ ਆ ਪੰਜਾਬ ਦੀ ਹੋਂਦ ਵੀ ਅਸੀਂ ਆਪਦੀ ਹੋਂਦ ਨੂੰ ਖਤਰੇ 'ਚ ਮਹਿਸੂਸ ਕਰਨ ਲੱਗ ਗਏ ਤੇ ਹੋਂਦ ਦੀ ਲੜਾਈ ਲੜਨ ਲੱਗ ਗਏ। ਸੋ ਸਵਾਲ ਜਵਾਬ ਮੈਂ ਆਪਦੇ ਆਪ ਨੂੰ ਹੀ ਕੋਈ ਸਵਾਲ ਕਰਕੇ ਤੇ ਉਹਦੇ ਜਵਾਬ ਤੁਹਾਡੇ ਨਾਲ ਸਾਂਝੇ ਕਰ ਲੈਣਾ, ਤੇ ਸੰਗਤ 'ਚੋਂ ਭੈਣਾਂ ਬੈਠੀਆਂ ਤੇ ਸਾਡੀਆਂ ਬੀਬੀਆਂ ਬੈਠੀਆਂ, ਜੇ ਉਧਰੋਂ ਵੀ ਕੋਈ ਸਵਾਲ ਆਵੇ ਜਾਂ ਇੱਧਰੋਂ ਸੰਗਤ 'ਚੋਂ ਸਵਾਲ ਆਵੇ ਤਾਂ ਮੈਨੂੰ ਪਲੀਜ਼ ਪੁੱਛ ਸਕਦੇ ਹੋ। ਮੈਂ ਇਹੀ ਆਪਾਂ ਇੱਕ ਦੂਜੇ ਨਾਲ ਸਾਂਝੇ ਕਰਾਂਗੇ ਆਪਦੇ ਜਿਹੜੇ ਵਿਚਾਰ ਆ, ਤੇ ਇਹਦੇ ਨਾਲ ਜਦੋਂ ਕੁਛ ਕਹੀਏ ਕੁਛ ਸੁਣੀਏ, ਗੁਰੂ ਸਾਹਿਬ ਨੇ ਕਿਹਾ ਸੀ ਇਹਦੇ ਨਾਲ ਹੀ ਸਾਡੀ ਸਮਝ ਵੀ ਬਣਦੀ ਆ ਮਸਲਿਆਂ ਦੀ ਵੀ, ਤੇ ਹੱਲ ਕੀ ਹੋਣੇ ਚਾਹੀਦੇ ਆ, ਇਹ ਸਾਰੀ ਗੱਲ ਦੀ ਸਮਝ ਬਣਦੀ ਆ। ਹੁਣ ਜਦੋਂ ਅਸੀਂ ਆਪਦੀ ਹੋਂਦ ਦੀ ਗੱਲ ਕਰਦੇ ਆ ਤੇ ਉੱਥੇ ਕੱਲੀ ਆਰਥਿਕ ਗੱਲ ਨਹੀਂ ਹੋ ਸਕਦੀ। ਜਦੋਂ ਕਿਸੇ ਸਮਾਜ ਦੀ ਹੋਂਦ ਦੀ ਗੱਲ ਕਰਦੇ ਆ ਤਾਂ ਇੱਕ ਉਹ ਸਮਾਜ ਕਿਸੇ ਕਦਰਾਂ ਕੀਮਤਾਂ ਤੇ ਸਿਧਾਂਤਾਂ ਤੇ ਖੜਾ ਹੁੰਦਾ। ਸੱਭਿਆਚਾਰ ਇੱਕ ਸਮਾਜ ਦਾ ਉਹਨਾਂ ਕਦਰਾਂ ਕੀਮਤਾਂ ਤੇ ਸਿਧਾਂਤਾਂ ਨੇ ਘੜਿਆ ਹੁੰਦਾ। ਅੱਜ ਪੰਜਾਬ ਨੂੰ ਜਦੋਂ ਅਸੀਂ ਕਹਿੰਦੇ ਆ ਸਾਡੀ ਸੱਭਿਆਚਾਰਕ ਹੋਂਦ ਦਾ ਸਵਾਲ ਆ, ਤਾਂ ਸੱਭਿਆਚਾਰਕ ਹੋਂਦ 'ਚ ਸਾਡਾ ਇਤਿਹਾਸ, ਸਾਡਾ ਫਲਸਫਾ, ਸਾਡੇ ਸਿਧਾਂਤ, ਸਾਡੀ ਮਾਂ ਬੋਲੀ, ਸਾਡੇ ਸਰਮਾਇਆਂ 'ਚ ਸਾਡਾ ਪਾਣੀ ਹੋਵੇ, ਸਾਡੀ ਮਿੱਟੀ ਹੋਵੇ, ਸਾਡੀ ਹਵਾ ਹੋਵੇ, ਤੇ ਸਾਡੇ ਲੋਕ ਜਿਵੇਂ ਆਪਾਂ ਜਿਉਂਦੇ ਆ, ਜੀਵਨ ਸ਼ੈਲੀ, ਇਹ ਸਭ ਕੁਝ ਮਿਲ ਕੇ ਹੀ ਸੱਭਿਆਚਾਰ ਬਣਦਾ। ਹੋਰ ਕੁਝ ਇਹਦੇ 'ਚ ਜਿਹੜੀ ਸ਼ਮੇਲ ਕਰ ਸਕਦੇ ਆ, ਆਪਾਂ ਮਿਲਾ ਸਕਦੇ ਆ ਕੁਝ ਇਹੋ ਜਿਹੀ ਸਮਾਜਿਕ ਵਰਤਾਰਿਆਂ ਨੂੰ, ਤੇ ਉਹ ਸੱਭਿਆਚਾਰ ਘੜਿਆ ਜਾਂਦਾ। ਅੱਜ ਜਦੋਂ ਅਸੀਂ ਆਪਦੀ ਹੋਂਦ ਦੀ ਲੜਾਈ ਲੜ ਰਹੇ ਹਾਂ ਤਾਂ ਇੱਕ ਸਮਾਜ ਨੂੰ ਘੜਨ 'ਚੋਂ ਕਦਰਾਂ ਕੀਮਤਾਂ ਤੇ ਸਿਧਾਂਤ ਬੜੇ ਮਹੱਤਵਪੂਰਨ ਹੁੰਦੇ ਆ, ਬੜਾ ਵੱਡਾ ਯੋਗਦਾਨ ਹੁੰਦਾ। ਉਹ ਮਿਲਦੇ, ਉਹ ਪਏ ਕਿੱਥੇ ਆ? ਉਹ ਇਤਿਹਾਸ 'ਚ ਪਏ ਆ, ਸਾਡੀ ਹਿਸਟਰੀ 'ਚ ਪਏ ਆ। ਤਾਂ ਪਹਿਲੀ ਗੱਲ ਤਾਂ ਇਹ ਸਮਝਣੀ ਵੀ ਸਾਡੇ ਕੋਲੇ, ਸਪੈਸ਼ਲੀ ਸਾਡੇ ਖਿੱਤੇ ਦੇ ਲੋਕਾਂ ਕੋਲੇ, ਪੰਜਾਬ ਕੋਲੇ ਇੱਕ ਬਹੁਤ ਵੱਡਾ ਇਤਿਹਾਸ ਆ ਤੇ ਬੜਾ ਰਿਚ ਇਤਿਹਾਸ ਆ ਸਾਡੇ ਕੋਲੇ। ਇਹ ਗੱਲ ਸਾਨੂੰ ਸਮਝਣੀ ਬੜੀ ਜ਼ਰੂਰੀ ਆ। ਇਹਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ। ਕ੍ਰਾਂਤੀਕਾਰੀ ਕੁਛ ਅਸਾਮ 'ਚ ਇਕੱਠੇ ਹੋਏ, ਅਸਾਮ 'ਚ, ਕਿਉਂਕਿ ਬਹੁਤ ਲਹਿਰਾਂ ਅਸਾਮ ਵਾਲੇ ਪਾਸੋਂ ਚੱਲੀਆਂ, ਹਿੰਦੁਸਤਾਨ 'ਚ ਬੜੇ ਵੱਡੇ ਤੌਰ ਤੇ ਉਹਨਾਂ ਨੇ ਪ੍ਰਭਾਵਿਤ ਕੀਤਾ, ਤੇ ਉਹ ਅਸਾਮ 'ਚ ਇਕੱਠੇ ਹੋਏ ਤੇ ਕਹਿੰਦੇ ਵੀ ਹੁਣ ਜਿਵੇਂ ਸਰਕਾਰਾਂ ਧੱਕਾ ਕਰ ਰਹੀਆਂ ਤੇ ਕੋਈ ਨਾ ਕੋਈ ਲਹਿਰ ਪੈਦਾ ਕੀਤੀ ਜਾਵੇ, ਸਰਕਾਰਾਂ ਦੇ ਖਿਲਾਫ ਲੜਿਆ ਜਾਵੇ। ਉਹ ਕਹਿੰਦੇ ਉਹਨਾਂ ਨੇ ਉੱਥੇ ਇੱਕ ਗੱਲ ਮਿਥੀ, ਜਿਹੜੇ ਹੋਰ ਸਾਰੇ ਸਾਡੇ ਦੇਸ਼ ਦੇ ਕ੍ਰਾਂਤੀਕਾਰੀ ਯੋਧੇ ਇਕੱਠੇ ਹੋਏ ਸੀ, ਕਹਿੰਦੇ ਜੇ ਲਹਿਰ ਉੱਠੂਗੀ ਤਾਂ ਹੁਣ ਪੰਜਾਬ 'ਚੋਂ ਹੀ ਉੱਠੂਗੀ, ਪੰਜਾਬ ਹੀ ਉਸ ਲਹਿਰ ਨੂੰ ਉਠਾ ਸਕਦਾ। ਤੇ ਸਵਾਲ ਉੱਠਿਆ ਕਿਉਂ? ਕਹਿੰਦੇ ਤੁਹਾਡੇ ਕੋਲੇ ਇਤਿਹਾਸ ਆ, ਤੁਹਾਡੇ ਕੋਲੇ ਹਿਸਟਰੀ ਆ, ਇਸ ਕਰਕੇ। ਸਾਡੇ ਕੋਲੇ ਇਤਿਹਾਸ ਨਹੀਂ ਆ ਕਿਸੇ ਕੋਲੇ, ਸਾਡੇ ਕੋਲੇ ਮਿਥਿਹਾਸ ਆ। ਪਰ ਜਿੱਥੇ ਇਤਿਹਾਸ ਪਿਆ ਉਹ ਵੀ ਉਹ ਇਤਿਹਾਸ ਜਿੱਥੇ ਇੰਨਾ ਖੂਨ ਡੋਲਿਆ ਗਿਆ, ਇੰਨੀਆਂ ਸ਼ਹਾਦਤਾਂ ਦਿੱਤੀਆਂ ਗਈਆਂ ਤੇ ਮਿੱਥ ਸਿਰਜ ਦਿੱਤੇ ਗਏ, ਜਿਹਨੂੰ ਮਾਣਮੱਤਾ ਇਤਿਹਾਸ ਕਹਿੰਦੇ ਆ ਅਸੀਂ। ਤੇ ਸਾਡਾ ਸੱਭਿਆਚਾਰ, ਸਾਡਾ ਸਮਾਜ ਜਾਂ ਪੰਜਾਬ, ਸਾਡੀ ਮਾਨਸਿਕਤਾ ਉਸ ਇਤਿਹਾਸ ਨੇ ਘੜੀ ਆ। ਇਸ ਗੱਲ ਦੀ ਮੈਂ ਤੁਹਾਨੂੰ ਪ੍ਰਤੱਖ ਐਗਜ਼ਾਮਪਲ ਇੱਕ ਹੋਰ ਦੇ ਦਿੰਦਾ। ਆਪਾਂ ਹੁਣੇ ਕਿਸਾਨ ਜਥੇਬੰਦੀਆਂ ਦੇ ਆਗੂ ਗਏ ਸੀ ਦਿੱਲੀ ਮੀਟਿੰਗ ਕਰਨ ਉਹਨਾਂ ਨਾਲ,
ਮੀਟਿੰਗ 'ਚ ਇੱਕ ਪੋਲੀਟੀਕਲ ਡਿਪਲੋਮੈਸੀ ਹੁੰਦੀ ਆ। ਇਹ ਸਰਕਾਰ ਨੇ ਕਿਹਾ ਉਹ ਲੰਚ ਕਰਦੇ ਆ, ਆ ਜੋ ਖਾਣਾ ਖੁਣਾ ਖਾਂਦੇ ਆ, ਤੇ ਉੱਥੇ ਉਹਨਾਂ ਦਾ ਪ੍ਰੀਤੀ ਭੋਜ ਕਰਨ ਲੱਗ ਗਏ, ਉਹਨਾਂ ਨਾਲ ਖਾਣਾ ਖਾਣ ਲੱਗ ਗਏ। ਚਾਹੀਦਾ ਸੀ ਵੀ ਇੱਥੋਂ ਪੌਣਿਆਂ 'ਚ ਰੋਟੀਆਂ ਬੰਨ੍ਹ ਕੇ ਲੈ ਕੇ ਜਾਂਦੇ, ਅਗਲੇ ਨੂੰ ਕਹਿੰਦੇ ਬਾਈ ਆਹ ਹੈਗੀਆਂ ਸਾਡੇ ਕੋਲੇ, ਅਸੀਂ ਨਹੀਂ ਇਸ ਗੱਲ ਦੀ ਉਸ ਚਾਹੁੰਦੇ ਵੀ ਤੁਸੀਂ ਸਾਨੂੰ ਪ੍ਰੀਤੀ ਭੋਜ ਕਰਾਓਗੇ, ਗੱਲ ਕਰੋ ਸਾਡੇ ਨਾਲ। ਔਰ ਇਹ ਇਤਿਹਾਸ 'ਚ ਗੱਲਾਂ, ਜਦੋਂ ਤੁਸੀਂ ਇਤਿਹਾਸ ਨੂੰ ਹੀ ਵਿਸਾਰ ਦਿੰਦੇ ਹੋ, ਉਹ ਸ਼ਰਾਪ ਆ ਬਹੁਤ ਵੱਡਾ ਜਿਹਨੇ ਇਤਿਹਾਸ ਨੂੰ ਵਿਸਾਰਤਾ। ਜਦੋਂ ਅਬਦਾਲੀ ਨੇ 18ਵੀਂ ਸਦੀ 'ਚ ਦਰਬਾਰ ਸਾਹਿਬ ਤੇ ਹਮਲਾ ਕੀਤਾ, ਦਰਬਾਰ ਸਾਹਿਬ ਉੱਥੇ ਬਰੂਦ ਲਾ ਕੇ ਢਾਤੀ ਜਿਹੜੀ ਦਰਬਾਰ ਸਾਹਿਬ ਦੀ ਇਮਾਰਤ ਸੀ ਤੇ ਸਰੋਵਰ ਨੂੰ ਪੂਰਤਾ, ਤਾਂ ਸਿੰਘਾਂ ਨੇ ਫਿਰ 7-8 ਮਹੀਨਿਆਂ ਬਾਅਦ ਜਾ ਕੇ ਕਬਜ਼ਾ ਕਰ ਲਿਆ ਅੰਮ੍ਰਿਤਸਰ ਤੇ ਉਸ ਦੀਵਾਲੀ ਨੂੰ ਉੱਥੇ ਇਤਿਹਾਸਕ ਇਕੱਠ ਹੋਇਆ। ਘੱਲੂਘਾਰੇ ਤੋਂ ਬਾਅਦ 18ਵੀਂ ਸਦੀ ਦਾ ਵੱਡਾ ਘੱਲੂਘਾਰਾ, ਜਿੱਥੇ ਅਬਦਾਲੀ ਤੇ ਬਾਕੀ ਜਿਹੜੀਆਂ ਫੌਜਾਂ ਸੀ ਜਾਂ ਸਰਕਾਰਾਂ, ਹਕੂਮਤ ਸੀ ਉਸ ਵੇਲੇ ਦੀ, ਉਹਨਾਂ ਨੇ ਸਮਝਿਆ ਵੀ ਹੁਣ ਨਹੀਂ ਉੱਠਦੇ ਇਹ। ਤੇ ਜਿਹੜਾ ਇਹਨਾਂ ਦਾ ਆਤਮਕ ਸੋਮਾ, ਜਿੱਥੋਂ ਇਹ ਸ਼ਕਤੀ ਲੈਂਦੇ ਆ, ਉਹਨੂੰ ਉਹਦੀ ਇਮਾਰਤ ਢਾਹ ਕੇ ਤੇ ਸਰੋਵਰ ਪੂਰਤਾ ਪੂਰਾ, ਵੀ ਇਸ ਤੋਂ ਬਾਅਦ ਨਹੀਂ ਉੱਠਦੇ। ਸਿੰਘਾਂ ਨੇ 7-8 ਮਹੀਨਿਆਂ ਬਾਅਦ ਹੀ ਫੇਰ ਕਬਜ਼ਾ ਕਰ ਲਿਆ ਜਾ ਕੇ, ਤੇ ਉਸ ਦੀਵਾਲੀ ਨੂੰ ਇਤਿਹਾਸਕ ਇਕੱਠ ਹੋਇਆ। ਜਿਹੜਾ ਕੋਈ ਤੁਰ ਕੇ ਜਾ ਸਕਦਾ ਸੀ, ਜਿਹੜਾ ਉਹਦੇ ਪੈਰਾਂ ਤੇ ਤੁਰ ਸਕਦਾ ਸੀ, ਕਹਿੰਦੇ ਉਹ ਹਰ ਬੰਦਾ, ਹਰ ਰੂਹ ਉੱਥੇ ਪਹੁੰਚੀ ਦਰਬਾਰ ਸਾਹਿਬ। ਤੇ ਅਬਦਾਲੀ ਨੇ ਖਿੱਲਤ ਭੇਜੀ ਇੰਨਾ ਹੌਸਲਾ ਦੇਖ ਕੇ ਵੀ ਇਹਨਾਂ ਨਾਲ ਸਮਝੌਤਾ ਕਰ ਲੈਂਦੇ ਆ, ਤੇ ਉਹਦੇ 'ਚ ਆ ਕਾਜੂ, ਬਦਾਮ, ਮੇਵੇ, ਮਿਸ਼ਰੀ, ਇਹ ਸਭ ਕੁਝ ਭੇਜਤਾ। ਸਿੰਘਾਂ ਨੇ ਇੱਕ ਮੁੱਠੀ ਭਰੀ ਦਾਣਿਆਂ ਦੀ, ਛੋਲਿਆਂ ਦੀ, ਤੇ ਉਹਦੇ 'ਚ ਪਾ ਦਿੱਤੀ। ਕਹਿੰਦੇ ਅਸੀਂ ਤਾਂ ਇਹਦੇ ਤੇ ਜਿਉਣੇ ਆ, ਸਾਨੂੰ ਇਹ ਕਾਜੂ, ਬਦਾਮ, ਮੇਵੇ ਤੇ ਮਿਸ਼ਰੀਆਂ ਨਹੀਂ ਚਾਹੀਦੇ, ਤੇ ਯੁੱਧ ਨੂੰ ਅਸੀਂ ਅੱਜ ਵੀ ਤਿਆਰ ਆ। ਤੇ ਜੇ ਤੂੰ ਸਮਝੌਤੇ ਦੀ ਗੱਲ ਕਰਦਾ, ਮਲਬਿਆਂ ਤੇ ਖੜ ਕੇ ਸਮਝੌਤੇ ਨਹੀਂ ਹੁੰਦੇ। ਸੋ ਜਦੋਂ ਕਿਸਾਨ ਜਥੇਬੰਦੀਆਂ ਦੀ ਅੱਜ ਜੇ ਗੱਲ ਕਰਦੇ ਆ, ਮੈਨੂੰ ਤਾਂ ਸ਼ਰੀਕ ਬਣਾਈ ਬੈਠੇ ਆ। ਕਿਉਂ ਮੈਂ ਸੱਚ ਤੇ ਹੀ ਗੱਲ ਕਰਦਾ, ਸੱਚ ਦਾ ਪਹਿਰਾ ਦਿੰਦਾ ਤੇ ਸੱਚ ਤੇ ਖੜਾ ਵੀ ਤੁਸੀਂ ਪੌਣਿਆਂ 'ਚ ਬੰਨ੍ਹ ਕੇ ਲੈ ਕੇ ਜਾਓ ਰੋਟੀਆਂ। ਕਿੱਥੇ ਤਾਂ ਅਸੀਂ ਟ੍ਰੇਨਾਂ ਰੋਕੀ ਬੈਠੇ ਸੀ, ਅੱਜ ਅਸੀਂ ਮਿੰਨਤਾਂ ਕਰੀ ਜਾਂਦੇ ਆ ਵੀ ਟ੍ਰੇਨਾਂ ਚਲਾ ਦਿਓ, ਕੱਲੀਆਂ ਮਾਲ ਗੱਡੀਆਂ ਤਾਂ ਚਲਾ ਦਿਓ। ਬਾਈ ਜੀ, ਜਦੋਂ ਸੰਘਰਸ਼ ਲੜਦੇ ਹੁੰਦੇ ਆ ਨਾ, ਉਦੋਂ ਫਿਰ ਨਵਾਂ ਨਫਾ ਨੁਕਸਾਨ ਤਾਂ ਝੱਲਣਾ ਪੈਂਦਾ। ਉਦੋਂ ਟ੍ਰੇਨਾਂ ਚਲਾ ਦਿਓ, ਹੁਣ ਠੱਲ ਲਓ, ਹੁਣ ਨਹੀਂ ਲੰਘਣ ਦਿੰਦੇ, ਆਹ ਜਿਹੜੀ ਜੋੜ ਘਟਾਓ, ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕੀਤੀ ਜਾਂਦੀ। ਅਸੀਂ ਲੜਾਈ ਆਪਦੀ ਹੋਂਦ ਦੀ ਲੜ ਰਹੇ ਆ। 2 ਰੋਟੀਆਂ ਘੱਟ ਖਾ ਲਾਂਗੇ ਔਰ ਖਾ ਲਾਂਗੇ, ਸਾਡੇ 'ਚ ਹੈਗਾ ਜਜ਼ਬਾ। ਇਹ ਤੁਸੀਂ ਆਪਦੇ ਆਪ ਤੋਂ ਪੁੱਛ ਲਓ, ਜੇ ਨਹੀਂ ਆ ਤਾਂ। ਜੇ ਉਹ ਸਾਡੇ ਇਤਿਹਾਸ, ਸਾਡੇ ਜਿਹੜੇ ਉਹ ਸ਼ਖਸੀਅਤਾਂ, ਸਰਦਾਰ ਚੜ੍ਹਤ ਸਿੰਘ, ਹਰੀ ਸਿੰਘ ਭੰਗੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵਰਗੇ ਸਰਦਾਰ, ਉਹ ਛੋਲਿਆਂ ਤੇ ਗੁਜ਼ਾਰਾ ਕਰ ਸਕਦੇ ਆ ਤੇ ਕੌਮ ਨੂੰ ਐਡਾ ਵੱਡਾ ਇਤਿਹਾਸ ਦੇ ਸਕਦੇ ਆ, ਤੇ ਅਸੀਂ ਨਹੀਂ ਕਰ ਸਕਦੇ। ਸੋ ਉੱਥੇ ਜਾ ਕੇ ਬੜਕ ਮਾਰਨੀ ਚਾਹੀਦੀ ਸੀ। ਜੇ ਅਸਲ ਮੇਰੇ ਤੋਂ ਪੁੱਛੋ ਤਾਂ ਮੈਨੂੰ ਕਹਿ ਦਿੰਦੇ ਆ ਯਾਰ ਇੰਨਾ ਨਾ ਕਿਸਾਨ ਜਥੇਬੰਦੀਆਂ ਦੀ ਉਹ ਗੱਲ ਕਰਿਆ ਕਰ, ਉੱਥੇ ਬੜਕ ਮਾਰੋ ਵੀ ਅਸੀਂ ਕਰ ਲਾਂਗੇ ਗੁਜ਼ਾਰਾ, ਤੁਸੀਂ ਨਹੀਂ ਕਰ ਸਕੋਗੇ। ਵੜ ਕੇ ਦਿਖਾਇਓ ਪੰਜਾਬ 'ਚ। ਤੇ ਕਿਸਾਨਾਂ ਕੋਲੇ ਜਿਹੜਾ ਤੁਸੀਂ ਇਹ ਦੇਖੋ, ਜਦੋਂ ਕਹਿੰਦੇ 65 ਵਾਲੀ ਜਾਂ ਮੈਨੂੰ ਲੱਗਦਾ ਉਦੋਂ ਬਾਅਦ ਵਾਲੀ ਜੰਗ ਲੱਗੀ ਸੀ ਨਾ, ਤੇ ਪਾਕਿਸਤਾਨ ਵਾਲੇ ਉਧਰੋਂ ਆ ਕੇ ਚੜ ਕੇ, ਤੇ ਕਈ ਜਿਹੜੇ ਆ ਬਿਹਾਰ ਵਾਲੀ ਇਸ ਪਾਸਿਓਂ ਜਾਂ ਯੂਪੀ ਵਾਲੇ ਪਾਸਿਓਂ ਫੌਜੀ ਸੀ, ਉਹ ਬੰਦੂਕਾਂ ਸਿੱਟ ਭੱਜਦੇ ਸੀ, ਤੇ ਆਪਣੇ ਵਾਲਿਆਂ ਨੇ, ਕਿਸਾਨਾਂ ਨੇ ਚੱਕ ਲੀਆਂ ਵੀ ਤੁਸੀਂ ਬਹਿ ਜਾਓ ਯਾਰ, ਅਸੀਂ ਲੜਦੇ ਆ, ਤੇ ਲੜੇ। ਸੋ ਸਾਡੇ ਕੋਲੇ ਜਜ਼ਬਾ ਹੀ ਆ, ਉਹ ਚਿਣਗੀ ਆ ਜਿਹੜੀ ਸਾਨੂੰ ਦਿੱਤੀ ਆ। ਸਾਡੇ ਇਤਿਹਾਸ ਨੇ, ਸਾਡੇ ਰਹਿਬਰਾਂ ਨੇ ਜਿਹੜੇ ਸਿਧਾਂਤ ਘੜੇ ਆ, ਜਿਨ੍ਹਾਂ ਕਦਰਾਂ ਕੀਮਤਾਂ ਤੇ ਸਾਡਾ ਸਮਾਜ ਸਿਰਜਿਆ, ਉਹ ਜਜ਼ਬਾ ਹੀ ਆ। ਹੁਣ ਅੱਜ ਜਦੋਂ ਅਸੀਂ ਆਪਦੀ ਹੋਂਦ ਦੀ ਲੜਾਈ ਲੜ ਰਹੇ ਹਾਂ, ਉਹ ਸਾਰਾ ਸੱਭਿਆਚਾਰ ਆ ਜਿਹੜਾ ਸਾਡਾ, ਜਿੱਥੇ ਆ ਜਜ਼ਬਾ ਪਿਆ, ਜਿੱਥੇ ਸਾਂਝੀ ਵਾਲਤਾ, ਪਿਆਰ, ਸਤਿਕਾਰ, ਇੱਕ ਦੂਜੇ ਨੂੰ, ਇੱਕ ਦੂਜੇ ਦੀ, ਅਸੀਂ ਕਹਿੰਦੇ ਆ ਨਾ ਵੀ ਜਿਹੜਾ ਹਥਿਆਰ ਵੀ ਰੱਖਦੇ ਆ, ਉਹ ਮਜ਼ਲੂਮਾਂ ਦੀ ਰੱਖਿਆ ਕਰਨੀ, ਤੇ ਜ਼ੁਲਮੀ ਜਿਹੜਾ ਜਰਵਾਣਾ, ਉਹਨੂੰ ਡੰਡ ਦੇਣਾ। ਹਥਿਆਰ ਤਾਂ ਇਸੇ ਕਰਕੇ ਦਿੱਤਾ ਸੀ ਨਾ ਗੁਰੂ ਸਾਹਿਬ ਨੇ ਸਾਨੂੰ। ਸਾਡੀਆਂ ਰੂਹਾਂ ਹੀ ਤਾਂ ਸਿਰਜੀਆਂ ਸੀ ਵੀ ਜਿਹੜਾ ਮਜ਼ਲੂਮ ਆ ਉਹਦੀ ਰੱਖਿਆ ਕਰਨੀ ਆ, ਤੇ ਜਰਵਾਣੇ ਨੂੰ, ਜ਼ੁਲਮੀ ਆ ਜਿਹੜਾ, ਉਹਨੂੰ ਡੰਡ ਦੇਣਾ। ਫਿਰ ਹਥਿਆਰ ਚੱਕਣਾ ਵੀ ਕੋਈ ਗੁਨਾਹ ਨਹੀਂ, ਔਰ ਦਿੱਤਾ ਹੀ ਇਸ ਕਰਕੇ ਗਿਆ ਸੀ।
ਅੱਜ ਜਿਹੜੇ ਆਹ ਸ਼ਹਿਰਾਂ 'ਚ ਡਰਾਇੰਗ ਰੂਮਾਂ 'ਚ ਬੈਠ ਕੇ ਬੁੱਧੀਜੀਵੀ ਤੇ ਇੰਟੈਲੈਕਚੁਅਲ ਬਣੇ ਫਿਰਦੇ ਆ, ਉਹ ਕਹਿੰਦੇ ਆ ਵੀ ਤੁਸੀਂ ਪੰਜਾਬ ਨੂੰ ਹੋਰ ਪਾਸੇ ਨੂੰ ਤੋਰ ਲਓਗੇ। ਉਹ ਬੁੱਧੀਜੀਵੀ ਇੰਟੈਲੈਕਚੁਅਲਸ ਮੰਨਦੇ ਆ ਆਪਦੇ ਆਪ ਨੂੰ ਵੀ ਪੰਜਾਬ ਤਾਂ ਫੇਰ ਹੋਰ ਪਾਸੇ ਨੂੰ ਤੁਰ ਜਾਊਗਾ। ਹੋਰ ਪਾਸਾ ਕੁਛ ਨਹੀਂ ਹੁੰਦਾ। ਸੰਘਰਸ਼ ਦੇ ਬੜੇ ਵੈਣ ਹੁੰਦੇ ਆ। ਸੰਘਰਸ਼ ਜਿਵੇਂ ਅੱਜ ਆਪਾਂ ਮੋਰਚਿਆਂ 'ਚ ਬੈਠੇ ਆ, ਉਵੇਂ ਵੀ ਸੰਘਰਸ਼ ਲੜੇ ਜਾਂਦੇ ਆ, ਤੇ ਜਿਵੇਂ ਖਾੜਕੂ ਸਿੰਘਾਂ ਨੇ ਲੜਿਆ ਸੀ ਉਵੇਂ ਵੀ ਸੰਘਰਸ਼ ਲੜੇ ਜਾਂਦੇ ਆ। ਤੇ ਸੰਘਰਸ਼ ਦੇ ਵਹਿਣ ਹੁੰਦੇ ਆ ਜਿਹੜੇ ਵਹਿੰਦੇ ਆ, ਹੋਰ ਪਾਸਾ ਨਹੀਂ ਹੁੰਦਾ। ਹੁਣ ਦਰਬਾਰ ਸਾਹਿਬ ਤੇ ਅਟੈਕ ਹੋਣਾ, ਸਾਡੇ ਪੱਲੇ ਕੀ ਰਹਿ ਗਿਆ ਉਸ ਤੋਂ ਬਾਅਦ? ਤੇ ਜਿਹੜੇ ਖਾੜਕੂ ਸਿੰਘਾਂ ਨੇ ਹਥਿਆਰ ਚੱਕੇ ਉਸ ਜ਼ੁਲਮੀ ਜਰਬਾਣੇ ਨੂੰ ਇਹ ਗੱਲ ਦੱਸਣ ਲਈ ਵੀ ਹਜੇ ਪੰਜਾਬ ਦੇ ਪੁੱਤ ਹੈਗੇ ਆ, ਤਾਂ ਉਹ ਉਸ ਵੇਲੇ ਦਾ ਸੰਘਰਸ਼ ਸੀ, ਉਦੋਂ ਦੀ ਲੋੜ ਸੀ। ਨਹੀਂ ਤਾਂ ਪੰਜਾਬ ਦਾ, ਸਾਡੇ ਕੌਮ ਦਾ ਕਿੱਡਾ ਵੱਡਾ ਮਿਹਣਾ ਰਹਿਣਾ ਸੀ ਉਹਨਾਂ ਦੇ, ਜੇ ਉਹਨਾਂ ਨੇ ਨਾ ਕੀਤਾ ਹੁੰਦਾ ਇਹ। ਸੋ ਇਹ ਗੱਲ ਸੋਚਣੀ ਵੀ ਹਥਿਆਰਬੰਦ ਲੜਾਈ ਗਲਤ ਸੀ, ਨਹੀਂ, ਉਹ ਆਪਦੀ ਜਗ੍ਹਾ ਠੀਕ ਸੀ। ਅੱਜ ਜਿਹੜੀ ਅਸੀਂ ਲੜਾਈ ਲੜੀ ਜਾਂਦੇ ਆ ਉਹ ਆਪਦੀ ਜਗ੍ਹਾ ਠੀਕ ਆ, ਕਿਉਂਕਿ ਸਾਡੇ ਕੋਲ ਹੀ ਇਤਿਹਾਸ 'ਚ ਜੇ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਪਈ ਆ, ਸ਼ਾਂਤਮਈ ਸ਼ਹੀਦੀ, ਤਾਂ ਫਿਰ ਸਾਡੇ ਕੋਲੇ ਸ਼ਹੀਦੀਆਂ ਉਹ ਵੀ ਪਈਆਂ ਜਿਹੜੀਆਂ ਹਥਿਆਰਬੰਦ ਲੜਾਈ ਦੇ ਦੌਰਾਨ ਸ਼ਹੀਦਾਂ ਸਿੱਖ ਸੰਘਰਸ਼ 'ਚ ਜਾਂ ਜਦੋਂ ਗੁਰੂ ਸਾਹਿਬ ਵੇਲੇ ਲੜੀਆਂ ਗਈਆਂ, ਉਹ ਸ਼ਹੀਦੀਆਂ ਪਾਈਆਂ ਗਈਆਂ। ਤਾਂ ਸਾਡੇ ਕੋਲੇ ਹਰ ਤਰ੍ਹਾਂ ਦੀ ਉਦਾਹਰਨ, ਹਰ ਤਰ੍ਹਾਂ ਦੀ ਐਗਜ਼ਾਮਪਲ ਪਈ ਆ। ਇਹ ਮਾਡਰਨ ਐਜੂਕੇਸ਼ਨ 'ਚ ਪ੍ਰੋਬਲਮ ਆ ਬਹੁਤ ਵੱਡੀ, ਉਹ ਬਾਈਨਰੀਜ਼ ਕ੍ਰੀਏਟ ਕਰਦੀ ਆ। ਬਾਈਨਰੀਜ਼ ਕਿਵੇਂ ਕ੍ਰੀਏਟ ਕਰਦੀਆਂ ਆਪਾਂ ਇਤਿਹਾਸ ਤੋਂ ਜਾਂ ਐਗਜ਼ਾਮਪਲਸ ਤੋਂ ਸਮਝਦੇ ਹਾਂ। ਦਰਬਾਰ ਸਾਹਿਬ ਤੇ ਅਟੈਕ ਹੋਇਆ, ਦਰਬਾਰ ਸਾਹਿਬ ਤੇ ਅਟੈਕ ਤੇ ਸ਼੍ਰੀ ਅਕਾਲ ਤਖਤ ਸਾਹਿਬ ਢਾਹ ਦਿੱਤਾ ਗਿਆ। ਹੁਣ ਚਾਹੀਦਾ ਕੀ ਸੀ ਸਾਨੂੰ? ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ, ਪਰ ਕੌਮ ਨੂੰ ਚਾਹੀਦਾ ਸੀ ਹਰ ਸਾਲ ਇੱਕ ਕਿੱਟ ਲਾਉਂਦੇ ਆ, ਹਰ ਸਾਲ ਇੱਕ ਕਿੱਟ ਲੱਗਦੀ ਵੀ ਇਹ ਤਾਂ ਸਾਡੀਆਂ ਪਤਾ ਨਹੀਂ ਕਿੰਨਵੀਂ ਪੁਸ਼ਤ ਨੇ ਪੂਰਾ ਕਰਨਾ, ਪਰ ਜਿੱਦਾਂ ਇਹ ਪੂਰਾ ਹੋਊਗਾ, ਦੇਖੋ ਚਿੰਨ੍ਹ ਹੁੰਦੇ ਆ ਇਹ, ਅਸੀਂ ਤਾਂ ਉਸਾਰ ਲਿਆ, ਕਿਸੇ ਨੇ ਸੋਚਿਆ ਹੀ ਨਹੀਂ। ਐਡੀ ਵੱਡੀ ਗੱਲ ਸਾਡੇ ਤੇ ਹੋ ਜਾਣੀ ਤੇ ਅਸੀਂ ਉਹਨੂੰ ਉਹਨਾਂ ਚਿੰਨ੍ਹਾਂ ਨੂੰ ਹੀ ਵਿਸਾਰ ਕੇ ਬਹਿ ਗਏ। ਤੇ ਜਿਹੜੀ ਮਾਡਰਨ ਐਜੂਕੇਸ਼ਨ ਆ, ਸ਼ਹਿਰੀ ਲੋਕ ਆ ਵੀ ਯਾਰ ਬਾਰ-ਬਾਰ ਉਹਨਾਂ ਜ਼ਖਮਾਂ ਨੂੰ ਯਾਦ ਨਾ ਕਰੋ, ਇਹਨਾਂ ਨੂੰ ਖੁਰੇਦਣ ਤੇ ਤੁਹਾਡੇ ਕੋਲੋਂ ਦਰਦ ਨਿਕਲੂਗਾ। ਨਹੀਂ, ਦਰਦ ਨਹੀਂ ਨਿਕਲੂਗਾ, ਇਹ ਸਾਨੂੰ ਪ੍ਰੇਰਨਾ ਤੇ ਸੇਧ ਦਿੰਦੇ ਆ ਵੀ ਕੌਮ ਨਾਲ ਹੋਇਆ ਕੀ ਆ ਤੇ ਕੌਮ ਹੁਣ ਆਉਣ ਵਾਲੇ ਸਮੇਂ 'ਚ ਕਿਵੇਂ ਵਿਚਰੇ। ਸੋ ਇਹ ਬਾਈਨਰੀਜ਼ ਕਿਵੇਂ ਕ੍ਰੀਏਟ ਕਰਦੀ ਆ, ਆਪਾਂ ਜਿਹੜੀ ਗੱਲ ਕਰ ਰਹੇ ਸੀ, ਬਾਈਨਰੀਜ਼ ਐਂ ਕ੍ਰੀਏਟ ਕਰਦੀ ਆ। ਦਰਬਾਰ ਸਾਹਿਬ ਤੇ ਅਟੈਕ ਹੋ ਗਿਆ, ਔਰ ਦਰਬਾਰ ਸਾਹਿਬ ਦੇ ਅਟੈਕ ਤੋਂ ਬਾਅਦ ਜਨਰਲ ਅਰੋੜਾ ਜਿਹੜੇ ਬੰਗਲਾਦੇਸ਼ ਵਾਰ ਦੇ ਹੀਰੋ ਸੀ, ਬੰਗਲਾਦੇਸ਼ ਵਾਰ ਜਦੋਂ ਲੜੀ ਭਾਰਤ ਦੀ ਸਰਕਾਰ ਨੇ, ਉਸ ਵਾਰ ਦੇ ਹੀਰੋ ਸੀ। 90,000 ਪਾਕਿਸਤਾਨੀ ਸੋਲਜਰਾਂ ਨੂੰ ਉਹਨਾਂ ਨੇ ਆਤਮ ਸਮਰਪਣ ਕਰਾਇਆ। ਬਹੁਤ ਵੱਡੀ ਗਿਣਤੀ ਸੀ, ਅੱਜ ਤੱਕ ਦੀ ਇਤਿਹਾਸਕ ਗਿਣਤੀ ਕਹਿੰਦੇ ਆ ਉਹਨੂੰ, ਜਿੱਥੇ ਸਰਦਾਰ ਸੁਬੇਗ ਸਿੰਘ ਵੀ ਉਹਨਾਂ ਨੇ ਐਕਚੁਅਲੀ ਸ਼ਮੂਲੀਅਤ ਕੀਤੀ ਸੀ। ਤੇ ਉਦੋਂ ਜਨਰਲ ਅਰੋੜਾ ਉਦੋਂ ਚੀਫ ਆਫ ਆਰਮੀ ਸਟਾਫ ਸੀ। ਅੱਛਾ, ਜਨਰਲ ਅਰੋੜਾ ਇਹ ਗੱਲ ਕਹਿ ਰਹੇ ਆ, ਪੰਜਾਬ ਉਹਨਾਂ ਨੂੰ ਭੇਜਿਆ ਗਿਆ ਵੀ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰੋ, ਸ਼ਾਂਤਮਈ ਢੰਗ ਹੀ ਸਾਰੀ ਮਸਲਿਆਂ ਦਾ ਹੱਲ ਆ। ਅੱਛਾ, ਉਹ ਬੰਦਾ ਵੀ ਫੌਜ ਸ਼ਬੀਲਾਂ ਲਾਉਂਦੀ ਆ? ਸ਼ਬੀਲਾਂ ਤਾਂ ਨਹੀਂ ਲਾਉਂਦੀ ਨਾ, ਹਥਿਆਰਬੰਦ ਲੜਾਈ ਲੜਦੀ ਹੈ ਨਾ ਫੌਜ ਵੀ। ਤੇ ਉਹ ਬੰਦਾ ਜਿਹਨੇ ਬੰਗਲਾਦੇਸ਼ ਵਾਰ 'ਚ 90,000 95,000 ਫੌਜੀਆਂ ਨੂੰ ਆਤਮ ਸਮਰਪਣ ਕੀਤਾ ਹੋਵੇ, ਆ ਕੇ ਕਹਿ ਰਿਹਾ ਨਹੀਂ ਸ਼ਾਂਤਮਈ ਢੰਗ ਨਾਲ ਲੜਾਈ ਲੜੋ, ਔਰ ਚੀਫ ਆਫ ਆਰਮੀ ਸਟਾਫ। ਇਹ ਬਾਈਨਰੀਜ਼ ਕਿਉਂ ਕ੍ਰੀਏਟ ਕਰਦੇ ਆ? ਤੁਹਾਡੇ 'ਚ ਗੱਲਾਂ ਬਹੁਤ ਵੱਡੇ ਤੌਰ ਤੇ ਪਾ ਦਿੱਤੀਆਂ ਜਾਂਦੀਆਂ ਵੀ ਹਥਿਆਰਬੰਦ ਲੜਾਈ ਨਹੀਂ, ਉਹਦਾ ਕੋਈ ਹੱਲ ਨਹੀਂ, ਪਰ ਹੱਲ ਤਾਂ ਹੀ ਨਿਕਲੂਗਾ। ਸੋ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ, ਇਹ ਹਰ ਗੱਲ ਸਾਡੇ 'ਚ ਬਹੁਤ ਵੱਡੇ ਡਰ ਪਾਏ ਜਾਂਦੇ ਆ, ਸਾਡੀ ਮਾਨਸਿਕਤਾ ਨੂੰ ਫੜਦੇ ਆ। ਅੱਜ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਆ, ਖਾਲਿਸਤਾਨ ਕੋਈ ਮਾੜਾ ਲਫ਼ਜ਼ ਨਹੀਂ ਆ। ਪੰਜਾਬ ਇੱਕ ਯੂਨੀਅਨ ਦਾ ਹਿੱਸਾ, ਇੱਕ ਯੂਨੀਅਨ ਆਫ ਇੰਡੀਆ ਦਾ ਹਿੱਸਾ। ਜਦੋਂ ਅਸੀਂ ਕਨਸਟੀਟਿਊਸ਼ਨ ਆਫ ਇੰਡੀਆ ਵੀ ਪੜ੍ਹ ਲਓ, ਤੁਸੀਂ ਸੰਵਿਧਾਨ ਪੜ੍ਹ ਲਓ, ਜਾਂ ਮਾੜੀ ਜੀ ਆਪਾਂ ਗੱਲ ਕਰ ਲੈਂਦੇ ਆ, ਯੂਨੀਅਨ 'ਚ ਲੋਕਾਂ ਨੇ ਆਪਦੀ ਵਫਾਦਾਰੀ ਦੇਣੀ ਹੁੰਦੀ ਹੈ ਤੇ ਯੂਨੀਅਨ ਨੇ ਸਾਨੂੰ ਸੇਫ ਐਂਡ ਸਿਕਿਉਰ ਰੱਖਣਾ ਹੁੰਦਾ। ਪਹਿਲੇ ਦਰਜੇ ਦਾ ਸਿਟੀਜ਼ਨ, ਪਹਿਲੇ ਦਰਜੇ ਦਾ ਜਿਹੜਾ ਉਹਦਾ ਨਾਗਰਿਕ ਆ, ਇਹ ਸਾਨੂੰ ਅਹਿਸਾਸ ਕਰਾਉਣਾ ਹੁੰਦਾ। ਜਦੋਂ ਲੋਕਾਂ 'ਚ ਅਹਿਸਾਸ ਤੁਸੀਂ ਤੋੜਤਾ ਵੀ ਤੁਸੀਂ ਪਹਿਲੇ ਦਰਜੇ ਦੇ ਨਾਗਰਿਕ ਹੀ ਨਹੀਂ ਹੋ, ਜਦੋਂ ਤੁਸੀਂ ਸੈਂਸ ਆਫ ਬਿਲੋਂਗਿੰਗ ਤੋੜਤੀ ਲੋਕਾਂ 'ਚ, ਤਾਂ ਲੋਕ ਤੁਹਾਡੇ ਵਫਾਦਾਰ ਕਿਉਂ ਰਹਿਣ? ਤੇ ਲੋਕਾਂ ਦੀ ਐਸਪੀਰੇਸ਼ਨ ਆ ਇਹ, ਇਟ ਇਜ਼ ਪੀਪਲਜ਼ ਐਸਪੀਰੇਸ਼ਨ।
ਦੈਟ ਸਾਨੂੰ ਹੁਣ ਵੱਖ ਕਰ ਦਿਓ ਬਾਈ, ਹੁਣ ਨਾ ਜਿਹੜਾ ਮਰਜ਼ੀ ਰੱਖ ਲਈਏ, ਅਕਾਲਿਸਤਾਨ ਰੱਖ ਦਈਏ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਅਕਾਲ ਦਾ ਤਖਤ ਦਿੱਤਾ, ਔਰ ਜਿਹੜੇ ਅਕਾਲ ਦੇ ਤਖਤ ਦੀ ਮੈਂ ਕਹਿੰਦਾ ਹਰ ਸਾਲ ਇੱਕ ਕਿੱਟ ਲੱਗਣੀ ਚਾਹੀਦੀ ਸੀ। ਸਾਨੂੰ ਪ੍ਰੇਰਨਾ ਤੇ ਸੇਧ ਮਿਲਦੀ ਵੀ ਸਾਡੇ ਨਾਲ ਹੋਇਆ ਕੀ ਆ। ਤੇ ਆਉਣ ਵਾਲੀਆਂ ਆਪਾਂ ਕਹਿੰਦੇ ਆ ਨਾ, ਜਿਹੜੇ ਸਾਡੇ ਨੌਜਵਾਨ ਆ ਇਹ ਸਿੱਖਦੇ ਨਹੀਂ, ਕਿਉਂਕਿ ਅਸੀਂ ਕਦੇ ਸੋਚਿਆ ਹੀ ਨਹੀਂ, ਚਿੰਤਨ ਹੀ ਨਹੀਂ ਕੀਤਾ ਸਾਡੇ ਨਾਲ ਹੋ ਕੀ ਗਿਆ, ਉਹਨੂੰ ਸਾਂਭੀਏ ਕਿਵੇਂ। ਅਸੀਂ ਤਾਂ ਪੱਥਰ ਤੇ ਸੰਗਮਰਮਰ ਲਾਉਣ ਲੱਗ ਗਏ, ਆਪਦੇ ਚਿੰਨ੍ਹ ਹੀ ਨਹੀਂ ਬਣਾ ਸਕੇ, ਉਹਨਾਂ ਨੂੰ ਰੱਖ ਹੀ ਨਹੀਂ ਸਕੇ। ਔਰ ਸਾਨੂੰ ਵੰਡ ਇੰਨਾ ਦਿੱਤਾ ਗਿਆ ਵਰਗਾਂ 'ਚ, ਪਾਰਟੀਆਂ 'ਚ, ਵੀ ਇੱਕ ਦੂਜੇ ਹੱਥ ਤੇ ਹੱਥ ਵਿਸ਼ਵਾਸ ਕਰਨੋਂ ਹਟ ਗਿਆ, ਭਰੋਸਾ ਹੀ ਨਹੀਂ। ਭਰੋਸਾਦਾਨ ਰੋਜ਼ ਮੰਗਦੇ ਆ ਆਪਾਂ ਅਰਦਾਸ 'ਚ ਵੀ ਅੱਜ ਮੈਨੂੰ ਹੀ ਕਹੀ ਜਾਂਦੇ ਆ ਵੀ ਯਾਰ ਇਹਦੇ ਪਿੱਛੇ ਕੋਈ ਹੋਊਗਾ, ਇਹ ਤਾਂ ਨਹੀਂ ਬੋਲ ਸਕਦਾ, ਐਂ ਕਿਉਂ ਬੋਲੀ ਜਾਂਦਾ, ਇਹਦੇ ਪਿੱਛੇ ਕੋਈ ਹੋਊਗਾ। ਪਿੱਛੇ ਕਿਹਦੇ ਕੀ ਹੁੰਦਾ? ਸੱਚ ਤੇ ਗੁਰੂ ਸਾਹਿਬ ਤੋਂ ਵੱਡਾ ਪਿੱਛਾ ਹੋਰ ਕਿਹਦਾ ਹੁੰਦਾ ਦੱਸੋ? ਅਸੀਂ ਭਰੋਸਾ ਕਰਨੋਂ ਹੀ ਹਟ ਗਏ ਵੀ ਬੰਦਾ ਸੱਚਾ ਵੀ ਹੋ ਸਕਦਾ ਕੋਈ। ਇਹ ਤਾਂ ਸਾਨੂੰ ਲੱਗਦਾ ਹੀ ਨਹੀਂ ਨਾ ਕੋਈ ਆਪਦਾ ਮਕਸਦ ਜਾਂ ਮੰਤਵ ਰੱਖ ਕੇ ਚੱਲਿਆ ਹੋਊਗਾ। ਭਰੋਸਾ ਹੀ ਨਹੀਂ, ਸੱਚੇ ਬੰਦੇ ਹੀ ਨਹੀਂ ਸਾਨੂੰ ਲੱਗਦਾ ਵੀ ਉਹ ਤਾਂ ਸਿਰਜਣੇ ਹੀ ਪ੍ਰਮਾਤਮਾ ਨੇ ਘੜ ਨਹੀਂ ਬੰਦ ਕਰਤੇ। ਸੋ ਪਹਿਲੀ ਗੱਲ, ਸਰਕਾਰ ਦੀਆਂ ਕਨਸਪੀਰੇਸੀਜ਼ ਥਿਊਰੀਜ਼ ਆ ਜਿਹੜੀਆਂ, ਉਹਨਾਂ ਨੂੰ ਸਮਝਣਾ। ਹੁਣ ਸਾਡੀ ਵਾਪਸ ਹੋਂਦ ਤੇ ਆਉਣੀ ਆ ਵੀ ਹੋਂਦ ਦੀ ਲੜਾਈ ਕਿਵੇਂ ਆ। ਕਾਨੂੰਨ ਘੜ ਤੇ ਜੇ ਕੱਲੀ ਆਰਥਿਕਤਾ ਦੀ ਗੱਲ ਹੁੰਦੀ ਨਾ, ਉੱਥੇ ਕਿਸਾਨ ਜਥੇਬੰਦੀਆਂ, ਹੁਣ ਦੇਖੋ ਉਹਨਾਂ ਦੀ ਸਮਝ ਤੇ ਗੱਲ ਕਰਦੇ ਆ। ਕਿਸਾਨ ਜਥੇਬੰਦੀਆਂ ਉੱਥੇ ਕਹਿ ਰਹੀਆਂ, ਇੱਕ ਆਗੂ ਕਹਿ ਰਿਹਾ ਵੀ ਪੰਜਾਬ ਤੇ ਬਹੁਤ ਵੱਡਾ ਇਕਨੋਮਿਕ ਬਲੌਕੇਡ ਆ, ਆਰਥਿਕ ਬਹੁਤ ਵੱਡੀ ਮਾਰ ਆ ਪੰਜਾਬ। ਜੇ ਆਰਥਿਕਤਾ ਦੀ ਗੱਲ ਹੁੰਦੀ ਤਾਂ ਫਿਰ ਬੜੀ ਲੁੱਟ ਖਸੁੱਟ ਹੋ ਗਈ ਸਾਡੀ। ਸਾਡੇ ਵਾਲੇ ਲੁੱਟ ਖਸੁੱਟ ਕਰੀ ਗਏ, ਬੜੀਆਂ ਇੱਥੇ ਕਿੰਨੀਆਂ ਹਜ਼ਾਰਾਂ ਕਰੋੜਾਂ ਉਹਨਾਂ ਨੇ ਘਪਲੇ ਕਰ ਲਏ। ਕਿੱਥੋਂ ਚੱਲੇ ਸੀ, ਕਿੱਥੇ ਬੈਠੇ ਆ ਸਾਡੇ ਪੋਲੀਟੀਸ਼ੀਅਨਸ ਦੇਖ ਲਓ। ਸਾਡੇ ਮਾੜਾ ਮੋਟਾ ਕੋਈ ਚੇਅਰਮੈਨ ਬਣ ਜੇ, ਮਾੜਾ ਮੋਟਾ ਕੋਈ ਨਗਰ ਪਾਲਿਕਾ ਦਾ ਪ੍ਰਧਾਨ ਬਣ ਜੇ, ਵੱਟ ਕੱਢ ਦਿੰਦਾ। ਤੇ ਪਰ ਫਿਰ ਅਸੀਂ ਨਹੀਂ ਹਿਲਦੇ ਸੀ, ਜਾਂ ਮੈਂ ਵੀ ਨਹੀਂ ਆਉਂਦਾ ਸੀ ਛੱਡ ਕੇ, ਆਪਦਾ ਕੰਮਕਾਰ ਛੱਡ ਕੇ ਮੈਂ ਨਹੀਂ ਆਉਂਦਾ ਸੀ। ਪਰ ਗੱਲ ਕਿੱਥੇ, ਸੱਟ ਕਿੱਥੇ ਵੱਜੀ? ਉਹਨਾਂ ਨੇ ਜਿਹੜੇ ਕਾਨੂੰਨ ਬਣਾਏ ਆ, ਪੰਜਾਬ ਨੂੰ ਇੱਕ ਮੰਡੀ ਦੀ ਤਰ੍ਹਾਂ ਦੇਖ ਕੇ ਵੀ ਅਦਾਨੀ ਤੇ ਅੰਬਾਨੀ ਨੂੰ ਭਾਲਿਆ ਹੋਵੇ ਵੀ ਪੰਜਾਬ ਤੁਹਾਨੂੰ ਵੇਚਤਾ, ਹੁਣ ਜਾਓ ਜੋ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਵੇਂ ਤੁਸੀਂ ਜਾ ਕੇ ਕਰਨਾ ਉਵੇਂ ਕਰ ਲਓ, ਜਿਹੜੀ ਫਸਲ ਬੀਜਣੀ ਆ, ਬਜਾਉਣੀ ਆ, ਜਿਹੜੀ ਫਸਲ ਵਢਾਉਣੀ ਆ, ਜਿਹੜੀ ਖਰੀਦਣੀ ਆ, ਜੋ ਕਰਨਾ ਕਰ ਲਓ। ਜ਼ਮੀਨ ਵੀ ਆਪਦੇ, ਕਿਉਂਕਿ ਜਿਹੜੇ ਕਾਰਪੋਰੇਟਸ ਆ ਨਾ, ਕੰਪਨੀਆਂ, ਉਹਨਾਂ ਨੇ ਤਾਂ ਪ੍ਰੋਫਿਟ ਤੇ ਕੰਮ ਕਰਨਾ, ਉਹਨਾਂ ਨੇ ਟਾਰਗੇਟਸ ਤੇ ਕੰਮ ਕਰਨਾ, ਉੱਥੇ ਇਮੋਸ਼ਨ ਨਹੀਂ ਹੁੰਦੇ। ਆ 2 ਦਿਨ ਪਹਿਲਾਂ ਮੈਂ ਇੱਕ ਇੰਟਰਵਿਊ ਕਰ ਰਿਹਾ ਸੀ, ਖੇਤ 'ਚ ਹੀ ਬਹਿ ਗਏ, ਮੈਂ ਵੱਟ ਤੇ ਬਹਿ ਗਿਆ, ਟਹਿਣਾ ਸਾਹਿਬ ਸੀ ਉਹ ਮੰਜੇ ਤੇ ਬਹਿ ਗਿਆ, ਉਹਨਾਂ ਦੇ ਨਾਲ ਇੱਕ ਭੈਣ ਹੋਰ ਸੀ ਤੇ ਇੱਕ ਬਾਬਾ ਸੀ ਉੱਥੇ। ਉਹ ਕਹਿੰਦਾ ਪੁੱਤ ਚਾਹ ਪਾਣੀ, ਮੈਂ ਕਿਹਾ ਜੀ 2 ਰੋਟੀਆਂ ਵੀ ਫੜ ਲਿਆਓ ਘਰੋਂ। ਹੁਣ ਉਹ ਬਾਬਾ ਜੀ ਗਏ, ਚਾਹ ਡੋਲੂ 'ਚ ਭਰਾ ਕੇ ਲੈ ਆਏ, ਨਾਲ ਰੋਟੀਆਂ, ਮੱਖਣ, ਅੰਬ ਦਾ ਅਚਾਰ, ਚਟਨੀ, ਪਰੌਂਠੇ ਬਣਾ ਕੇ ਲੈ ਆਏ। ਹੁਣ ਇਹ ਸਾਡਾ ਸੱਭਿਆਚਾਰ ਆ। ਜਦੋਂ ਕਿਸੇ ਕੰਪਨੀ ਨੇ ਆ ਕੇ ਤੁਹਾਡੇ ਤੇ ਇੱਥੇ ਕੰਮ ਕਰਨਾ, ਕੰਪਨੀ ਨੇ ਉਸ, ਤੁਸੀਂ ਦੇਖੋ ਹੈਲਥ ਇੰਡਸਟਰੀ ਦੇਖ ਲਓ, ਅੱਜ ਹਸਪਤਾਲ, ਅੱਜ ਇਲਾਜ ਸਾਡੇ ਕਿਸੇ ਅਸੀਂ ਕਰਾ ਸਕਦੇ ਹਾਂ, ਸਾਡੇ ਕੋਲੇ ਅਫੋਰਡੇਬਲ ਰਹਿ ਗਿਆ। ਅਸੀਂ ਉੱਥੋਂ ਤੱਕ ਮੈਨੂੰ ਲੱਗਦਾ ਪਹੁੰਚ ਹੀ ਨਹੀਂ ਕਰ ਸਕਦੇ ਜੇ ਰੱਬ ਨਾ ਕਰੇ ਕਿਸੇ ਨੂੰ ਕੋਈ ਇਹੋ ਜਿਹੀ ਬਿਮਾਰੀ ਲੱਗ ਜੇ, ਘਰ ਬਾਹਰ ਵਿਕਣ ਤਾਂ ਹੀ ਆ ਜਾਂਦਾ। ਐਜੂਕੇਸ਼ਨ ਤੁਸੀਂ ਦੇਖੋ, ਸਾਡੀ ਰਵਾਇਤੀ ਐਜੂਕੇਸ਼ਨ ਸੀ, ਸਾਡੀਆਂ ਟਕਸਾਲਾਂ, ਸੰਪਰਦਾਵਾਂ, ਜਿੱਥੇ ਸਮਰਪਣ ਕਰੋ ਤੇ ਤੁਹਾਨੂੰ ਉੱਚ ਵਿੱਦਿਆ ਮਿਲਦੀ ਸੀ। ਅੱਜ ਜੇ ਤੁਸੀਂ ਜ਼ਿਆਦਾ ਫੀਸ ਦਿੰਦੇ ਹੋ ਤਾਂ ਉੱਚ ਵਿੱਦਿਆ ਮਿਲਦੀ ਹੈ। ਇਹ ਕਾਰਪੋਰੇਟਸ ਦਾ ਕਮਾਲ ਆ, ਜਿੱਡੀ ਵੱਡੀ ਫੀਸ ਉਨੀ ਉੱਚੀ ਵਿੱਦਿਆ। ਅੱਜ ਤੁਸੀਂ ਕਿਸੇ ਕਾਰਡਿਫ ਯੂਨੀਵਰਸਿਟੀ 'ਚ ਜਾਣਾ, ਆਕਸਫੋਰਡ 'ਚ ਜਾਣਾ, ਤੁਹਾਨੂੰ ਲੱਗਦਾ ਬਿਨਾਂ ਤੁਸੀਂ ਜੇ ਲਾਇਕ ਹੋ ਉੱਥੇ ਪਹੁੰਚ ਸਕਦੇ ਹੋ? ਲਾਇਕ ਹੋਣ ਨਾਲ ਤੇ ਵਿੱਦਿਆ ਦਾ ਸੰਬੰਧ ਨਾਲ ਇੱਥੇ ਕੋਈ ਆਪਸ 'ਚ ਰਿਲੇਸ਼ਨ ਨਹੀਂ ਆ। ਜਿਨ੍ਹਾਂ ਦੇ ਘਰ ਦਾਣੇ, ਉਹਨਾਂ ਦੇ ਕਮਲੇ ਵੀ ਸਿਆਣੇ। ਇਹ ਇੱਥੋਂ ਹੀ ਬਣੀਆਂ, ਇਹ ਮਾਡਰਨ ਐਜੂਕੇਸ਼ਨ 'ਚੋਂ ਖਾਣਾ ਬਣੀਆਂ। ਸੋ ਐਜੂਕੇਸ਼ਨ, ਸਿੱਖਿਆ ਦਾ ਇਹੀ ਹਾਲ ਹੋਇਆ। ਉਦੋਂ ਬਾਅਦ ਤੁਸੀਂ ਦੇਖ ਲਓ ਕਿਸੇ ਇੰਡਸਟਰੀ 'ਚ, ਫਿਲਮ ਇੰਡਸਟਰੀ 'ਚ ਕਾਰਪੋਰੇਟ ਵੜ ਗਏ। ਮੈਂ ਉੱਥੋਂ ਦਾ ਬਛਿੰਦਾ, ਉੱਥੇ ਕੰਮ ਕਰਦਾ, ਕਿਰਤ ਆ ਮੇਰੀ। ਅੱਜ ਵੱਡੇ ਵੱਡੇ ਐਕਟਰ ਵੀ ਕੰਪਨੀਆਂ ਦੇ ਗੁਲਾਮ ਆ। ਸੋ ਅਸੀਂ ਕਿਹੜੀ ਖੇਤ ਦੀ ਮੂਲੀ ਆ? ਫਿਰ ਕਿਸਾਨ, ਸਾਡੇ ਕੋਲੇ ਕਿੰਨੀ ਕਿੱਡੀ ਵੱਡੀ ਪਾਵਰ ਆ ਵੀ ਸਾਡੇ ਤੇ ਆ ਕੇ ਕੰਪਨੀਆਂ ਸਾਡੀਆਂ ਜ਼ਮੀਨਾਂ ਤੇ ਗਲਬਾ ਨਹੀਂ ਪਾਉਣਗੀਆਂ। ਜਿਹੜਾ ਪ੍ਰਵਾਸ ਪੰਜਾਬ 'ਚੋਂ ਹੋਇਆ ਨਾ, IELTS ਕਰਕੇ ਤੁਰ ਜਾਂਦੇ ਆ ਬਾਹਰ, ਇਹ ਬਹੁਤ ਵੱਧ ਜਾਣਾ ਹੁਣ। ਇਦੋਂ ਬਾਅਦ ਅਗਲੇ ਨੇ ਕਹਿਣਾ ਯਾਰ ਇੱਥੇ ਹੈ ਹੀ ਕੁਛ ਨਹੀਂ।
ਫਿਰ ਸਾਡੀ ਧਰਤੀ ਸਾਡੇ ਤੋਂ ਖੁਰ ਜਾਣੀ ਆ। ਜਦੋਂ ਧਰਤੀ ਖੁਰਦੀ ਆ ਨਾਲ ਹੀ ਸੱਭਿਆਚਾਰ ਖੁਰਦਾ, ਨਾਲ ਉਹ ਮੀਰੀ ਪੀਰੀ ਦਾ ਸਿਧਾਂਤ ਵੀ ਖੁਰਦਾ ਜਿੱਥੇ ਆਪਾਂ ਬੈਠੇ ਆ ਅੱਜ। ਫਿਰ ਕਹਿਣ ਜੋਗੇ ਹੀ ਰਹਿ ਜਾਾਂਗੇ, ਜਾਂ ਕਿਤਾਬਾਂ 'ਚ ਲੱਭ ਲਿਓ ਵੀ ਅਸੀਂ ਪੰਜਾਬੀ ਸੀ ਜਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਆ, ਸਾਡੇ ਗੁਰੂ ਸਾਹਿਬ ਆ। ਇਹ ਤਾਂ ਕਹਿਣ ਜੋਗੇ ਰਹਿ ਗਏ। ਜਾਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਾ ਕੇ ਗੁਰਦੁਆਰੇ ਬਣਾ ਲਾਂਗੇ ਤੇ ਉੱਥੇ ਫੇਰ ਪ੍ਰਧਾਨਗੀਆਂ ਲਈ ਲੜੀ ਜਾਵਾਂਗੇ। ਆਪਦੀ ਹੋਂਦ ਜਦੋਂ ਤੁਸੀਂ ਆਪਦੀ ਧਰਤੀ ਤੋਂ ਖੁਰ ਗਏ ਫਿਰ ਪੱਲੇ ਕੁਛ ਨਹੀਂ ਰਹਿੰਦਾ। ਉਹਨਾਂ ਦੀ ਇੱਜ਼ਤ ਵੀ ਅੱਜ ਤਾਂ ਹੀ ਆ, ਉਹ ਬੈਠੇ ਉੱਥੇ ਤਾਂ ਹੀ ਤੜਪਦੇ ਆ ਜੇ ਪਿੱਛੇ ਉਹਨਾਂ ਦੇ ਪੰਜਾਬ ਖੜਾ। ਤੁਸੀਂ ਉਹਨਾਂ 'ਚ ਦਰਦ ਨਹੀਂ ਸੋਚ ਸਕਦੇ। ਮੇਰੇ ਨਾਲ ਤਾਂ ਬਹੁਤ ਬੰਦੇ ਬਾਹਰੋਂ ਟੱਚ ਆ, ਹੁਣ ਕਹਿੰਦੇ ਯਾਰ ਬਾਈ ਜੀ ਕਰ ਲਓ ਕੁਛ, ਜੇ ਸਾਡੇ ਹੱਥ ਵੱਸ ਹੁੰਦਾ ਅਸੀਂ ਆ ਜਾਂਦੇ। ਦੇਖੋ ਗਦਰੀ ਬਾਬੇ 7000 ਸੀ ਉਸ ਵੇਲੇ ਜਦੋਂ ਆਜ਼ਾਦੀ ਦੀ ਲੜਾਈ ਲੜੀ ਗਈ ਆ। ਅੱਜ ਇਹ ਲੜਾਈ ਉਦੋਂ ਵੱਡੀ ਆ, ਇਹ ਸੰਘਰਸ਼ ਉਦੋਂ ਵੱਡਾ। 7000 ਸੀ ਅਮਰੀਕਾ 'ਚ, 5000 ਬਾਬੇ ਆ ਗਏ ਸੀ, 5000 ਛੱਡ ਕੇ ਆ ਗਏ ਸੀ। ਸੋ ਇਹ ਸੀ ਜਿਹੜਾ ਦ੍ਰਿੜਤਾ ਦਾ ਨਿਸ਼ਚਾ, ਨਿਸ਼ਚੇ ਕਰ ਆਪਣੀ ਜੀਤ ਕਰੂੰ। ਜਿੱਤ ਤਾਂ ਉਸ ਨਿਸ਼ਚੇ 'ਚ ਪਈ ਆ। ਹੁਣ ਜੇ ਸਾਡੇ ਤੋਂ ਸਾਡੀ ਸੱਭਿਆਚਾਰਕ ਹੀ ਲੈ ਗਏ, ਸੱਭਿਆਚਾਰਕ ਹੋਂਦ ਲੈ ਗਏ, ਫਿਰ ਸਾਡੀ ਹੋਂਦ ਉਹਦੇ ਨਾਲ ਹੀ ਜੁੜੀ ਆ ਨਾ। ਸਾਡੀ ਪੰਜਾਬੀਅਤ ਤਾਂ ਉਹਦੇ ਨਾਲ ਹੀ ਜੁੜੀ ਆ ਨਾ। ਸਾਡੀ ਕੌਮ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੀ ਆ। ਸਾਡੀ ਧਰਤੀ ਖੁਰ ਗਈ, ਸਾਡੇ ਤਖਤ ਇੱਥੇ ਆ, ਸਾਡੇ ਗੁਰਦੁਆਰਾ ਸਾਹਿਬ ਇੱਥੇ ਆ, ਸਾਡਾ ਇਤਿਹਾਸ ਇੱਥੇ ਆ, ਸਭ ਕੁਝ ਖੁਰ ਜਾਣਾ। ਹੁਣ ਅਸੀਂ ਕਹਿੰਦੇ ਆ ਵੀ ਖੁਦ ਮੁਖਤਿਆਰੀ ਇਕੱਲੇ ਅਸੀਂ ਇਹ ਨਹੀਂ ਕਹਿੰਦੇ ਪੰਜਾਬ ਨੂੰ ਦਿਓ, ਅਸੀਂ ਕਹਿੰਦੇ ਆ ਹਰ ਸਟੇਟ ਨੂੰ ਦਿਓ। ਜੇ ਪਾਵਰ ਨੂੰ ਇੰਨਾ ਸੈਂਟਰਲਾਈਜ਼ ਕਰੋਗੇ, ਮੋਦੀ ਤੇ ਅਮਿਤ ਸ਼ਾਹ ਆਪਦੇ ਹੱਥਾਂ 'ਚ ਹੀ ਰੱਖਣਗੇ, ਪਰਸਨਲਾਈਜ਼ ਕਰ ਲੈਣਗੇ ਪਾਵਰ ਨੂੰ, ਤਾਂ ਜਿਹਦੇ ਕੋਲੇ ਇੱਕ ਥਾਂ ਤੇ ਪਾਵਰ ਰਹਿੰਦੀ ਆ ਨਾ। ਇਹ ਦੇਖੋ ਸਿਸਟਮ ਅੱਜ ਆ ਡੈਮੋਕ੍ਰੇਸੀ ਇਹ ਬਣੀ ਕਿਉਂ? ਇਹ ਜ਼ਗੀਰਦਾਰੀ ਨੂੰ ਖਤਮ ਕਰਕੇ ਜਾਂ ਬਾਦਸ਼ਾਹੀ ਸਿਸਟਮ ਨੂੰ ਖਤਮ ਕਰਕੇ ਬਣੀ ਵੀ ਪਾਵਰ ਯਾਰ ਵੰਡੀ ਜਾਵੇ। ਪਾਵਰ ਲੋਕਾਂ 'ਚ, ਸ਼ਹਿਰਾਂ 'ਚ, ਪਿੰਡਾਂ 'ਚ, ਗਲੀਆਂ 'ਚ, ਮੁਹੱਲਿਆਂ 'ਚ ਵੰਡੀ ਜਾਵੇ। ਉਦੋਂ ਤੱਕ ਇੱਕ ਸਾਰਤਾ ਵਾਲਾ ਵਿਕਾਸ ਜਾਂ ਸਾਰਥਕ ਸਮਾਜ ਨਹੀਂ ਸਿਰਜਿਆ ਜਾਣਾ। ਪਰ ਇਹ ਡੈਮੋਕ੍ਰੇਸੀ 'ਚ ਵੀ ਦੇਖ ਲਓ, ਅੱਜ ਪਾਵਰ ਉੱਥੇ ਦਿੱਲੀ ਕੋਲ ਹੀ ਆ, ਉੱਥੇ ਹੀ ਵਸਦੀ ਆ। ਦਿੱਲੀ 'ਚ ਵੀ ਇੱਕ ਦੋ ਬੰਦੇ ਹੀ ਹੁੰਦੇ ਆ। ਜੇ ਕਾਂਗਰਸ ਆ ਜਾਂਦੀ ਆ ਤਾਂ ਉਹਨਾਂ ਦੇ ਇੱਕ ਦੋ ਬੰਦੇ, ਜੇ ਬੀਜੇਪੀ ਆ ਜਾਂਦੀ ਆ ਤਾਂ ਇਹਨਾਂ ਦੇ ਇੱਕ ਦੋ ਬੰਦੇ। ਸੋ ਜੇ ਅਸੀਂ ਖੁਦਮੁਖਤਿਆਰੀ ਲਈ ਲੜਦੇ, ਜਦੋਂ ਤੱਕ ਇਹ ਪਾਵਰ ਸੂਬਿਆਂ ਨੂੰ ਨਹੀਂ ਦੇਣਗੇ ਉਦੋਂ ਤੱਕ ਜੇ ਕਹੀਏ ਸਾਰਥਕ ਸਮਾਜ ਸਿਰਜਿਆ ਜਾਣਾ, ਨਹੀਂ ਸਿਰਜਿਆ ਜਾਣਾ। ਹੁਣ ਇਹ ਸਾਨੂੰ ਕਹਿ ਦਿੰਦੇ ਆ ਵੀ ਯਾਰ ਤੁਸੀਂ ਮੰਨ ਲਓ ਅੱਜ ਅਸੀਂ ਕਹਿੰਦੇ ਆ ਵੀ ਅਸੀਂ ਗੁਲਾਮ ਆ। ਵਾਕਈ ਅਸੀਂ ਗੁਲਾਮ ਆ। ਜਦੋਂ ਸਾਡੇ ਕੋਲੇ ਆਪਦੇ ਫੈਸਲੇ ਲੈਣ ਦਾ ਹੱਕ ਨਹੀਂ ਹੈ ਨਾ, ਅਸੀਂ ਗੁਲਾਮ ਆ। ਅਸੀਂ ਫੈਸਲੇ ਲੈਣ ਦੇ ਹੱਕ ਹੀ ਮੰਗਦੇ ਆ ਨਾ ਉਹਨਾਂ ਤੋਂ ਵੀ ਕਿਸਾਨੀ 'ਚ ਹੀ ਦੇ ਦਿਓ। ਸਾਡੀਆਂ ਫਸਲਾਂ ਦੇ ਭਾਅ ਦਾ ਅਸੀਂ ਆਪ ਤੈਅ ਕਰੀਏ। ਸਾਡੀਆਂ ਫਸਲਾਂ ਬੀਜਣੀਆਂ ਕਿਹੜੀਆਂ, ਵੇਚਣੀਆਂ ਕਿੱਥੇ ਆ, ਮੰਡੀ ਕੀ ਹੋਣਾ, ਮੰਡੀਕਰਨ ਕਿਵੇਂ ਹੋਣਾ ਚਾਹੀਦਾ, ਆਪ ਤੈਅ ਕਰੀਏ। ਔਰ ਜੇ ਕਹੀਏ ਉਦੋਂ ਤੱਕ ਸਾਨੂੰ ਹੱਲ ਮਿਲ ਜੂ ਜਦੋਂ ਤੱਕ ਪੰਜਾਬ ਕੋਲੇ ਪੰਜਾਬ ਪੱਖੀ, ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਨਹੀਂ ਹੈ, ਸਾਨੂੰ ਇਸ ਮਸਲੇ ਦਾ ਹੱਲ ਨਹੀਂ ਮਿਲਣਾ। ਇਹ ਕਿਸਾਨ ਜਥੇਬੰਦੀਆਂ ਵਾਲੇ ਤਾਂ ਉੱਥੇ ਕਹਿ ਕੇ ਇਕਨੋਮਿਕ ਬਲੌਕੇਡ ਆ ਨਾ। ਜਿਹੜਾ ਬੰਦਾ ਇਕਨੋਮਿਕ ਬਲੌਕੇਡ ਸਮਝਦਾ ਤੇ ਸੱਭਿਆਚਾਰ ਦੀ ਉਹਨੂੰ ਸਮਝ ਨਹੀਂ ਆ। ਕਿਉਂ ਨਹੀਂ ਆ? ਕਿਉਂਕਿ ਉੱਥੇ ਇੱਕ ਕਿਸਾਨ ਆਗੂ ਨੂੰ ਸਵਾਲ ਪੁੱਛਿਆ, ਸਰਦਾਰ ਸਾਹਿਬ ਫਿਰ ਕੀ ਗੱਲਬਾਤ ਹੋਈ? ਕਹਿੰਦੇ ਸਰਦਾਰ ਸਾਹਿਬ ਨਾ ਕਹੋ, ਕਿਸਾਨ ਆਗੂ ਕਹੋ। ਯਾਰ ਤੁਸੀਂ ਸਿਰ ਤੇ ਪੱਗ ਬੰਨੀ ਆ, ਦਸਤਾਰ ਸਜਾਈ ਆ, ਤੁਸੀਂ ਇੰਨੇ ਨਿਰਦਈ, ਤੁਹਾਡੇ ਸੱਭਿਆਚਾਰਕ ਹੋਂਦ ਦੀ ਜਿਹੜੀ ਗੱਲ ਆਪਾਂ ਕਰਦੇ ਹਾਂ ਸੱਭਿਆਚਾਰ ਪ੍ਰਤੀ ਇੰਨੇ ਨਿਰਦਈ, ਇੰਨੇ ਇਨਸੈਂਸਿਟਿਵ ਵੀ ਸਰਦਾਰ ਸਾਹਿਬ ਅਗਲਾ ਇੱਜ਼ਤ ਦੇ ਰਿਹਾ, ਸਰਦਾਰ ਸਾਹਿਬ ਨਾ ਕਹੋ, ਕਿਸਾਨ ਆਗੂ ਕਹੋ। ਫਿਰ ਉਹ ਸਾਡੇ ਸੱਭਿਆਚਾਰ ਨੂੰ ਕਿੱਥੋਂ ਬਚਾ ਲੈਣਗੇ? ਪਹਿਲਾਂ ਤੁਸੀਂ ਰੇਲਾਂ ਰੋਕੀ ਬੈਠੇ ਹੋ, ਅੱਜ ਤੁਸੀਂ ਮਿਹਨਤਾਂ ਕਰਦੇ ਹੋ ਰੇਲਾਂ ਚਲਾਓ, ਮਾਲ ਗੱਡੀਆਂ ਚਲਾਓ, ਦੂਜੀਆਂ ਨਾ ਚਲਾਓ। ਆਹ ਜਿਹੜੀਆਂ ਜੋੜ ਘਟਾਓ ਆ ਨਾ, ਇਹ ਨਹੀਂ ਚੱਲਦੇ ਹੁੰਦੇ ਸੰਘਰਸ਼ਾਂ 'ਚ। ਫਿਰ ਤਾਂ ਅਗਲਿਆਂ ਤੇ ਬੜਕ ਮਾਰ ਕੇ ਆਉਣੀ ਪੈਂਦੀ ਆ ਵੀ ਕੋਈ ਨਹੀਂ, ਹੁਣ ਆ ਜਾਓ, ਭਾਈਦਿਆਂ ਨੂੰ ਬਾਣ ਇੱਕੋ ਜਿਹੀ ਆ। ਉਹ ਵੀ ਉਹਨਾਂ ਨੇ ਵੀ ਟੋਲੇ ਬੁਲਾ ਕੇ, ਉਹਨਾਂ ਨੇ ਇਹ ਨਹੀਂ ਕਿਹਾ ਵੀ ਕਮੇਟੀ ਬਣਾ ਕੇ ਆਓ ਯਾਰ 5-7, ਉਹਨਾਂ ਨੇ ਕਿਹਾ ਸਾਰੇ ਆ। ਉਹਨਾਂ ਨੇ ਟੋਲੇ ਵੀ ਕਿਹਦੇ 'ਚ ਕਿੰਨਾ ਕਦਮ ਆ। ਹੁਣ ਦੋ ਫਾੜ ਕਰਨਗੇ, ਹੁਣ ਜਿਹਨੂੰ ਚੱਕਣਾ ਉਹਨੂੰ ਚੱਕ ਲੈਣਗੇ। ਫਿਰ ਆ ਕੇ ਇਹ ਗੱਲ ਕਹਿਣੀ ਵੀ ਸਾਨੂੰ ਬਹੁਤ ਚੰਗੀ ਤਰ੍ਹਾਂ ਸੁਣਿਆ ਉਹਨਾਂ ਨੇ। ਯਾਰ 2 ਮਹੀਨੇ ਅਸੀਂ ਸੜਕਾਂ ਤੇ ਬੈਠੇ ਆ, ਹਜੇ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਕੀ ਗੱਲ ਹੋ ਰਹੀ ਹੈ।
ਇਹ ਕੀ ਗੱਲ ਹੋਈ? ਇਹ ਬਹੁਤ ਵੱਡੀ ਪ੍ਰਾਪਤੀ ਆ ਵੀ ਸਾਨੂੰ ਚੰਗੀ ਤਰ੍ਹਾਂ ਸੁਣਿਆ। ਔਰ ਬਿੱਲ ਵਾਪਸ ਲੈ ਲਓ, ਵੀ ਬਿੱਲ ਵਾਪਸ ਲੈ ਕੇ ਵੀ ਤਾਂ ਅਸੀਂ ਖੁਦਕੁਸ਼ੀ, ਅੱਜ ਜੇ ਅਸੀਂ ਇੱਥੇ ਬੈਠੇ ਆ, ਅਜੇ ਬਿੱਲਾਂ ਦਾ ਅਸਰ ਤਾਂ ਆਇਆ ਹੀ ਨਹੀਂ ਨਾ ਸਾਡੇ ਤੇ, ਹਜੇ ਤਾਂ ਅਸੀਂ ਇਸ ਕਰਕੇ ਬੈਠੇ ਆ, ਕਰਜ਼ੇ, ਖੁਦਕੁਸ਼ੀਆਂ। ਔਰ ਜਦੋਂ ਕੋਈ ਖੁਦਕੁਸ਼ੀ ਕਰਦਾ, ਉਹਦੀ ਪਿਛਲੀ 1-2 ਸਾਲਾਂ ਦੀ ਜ਼ਿੰਦਗੀ ਤੁਸੀਂ ਇਹਨੂੰ ਇਮੈਜਿਨ ਕਰੋ, ਉਹਦਾ ਹਿਸਾਬ ਕਿਤਾਬ ਲਾਓ, ਕਿੱਡਾ ਸਟ੍ਰੈਸ, ਕਿੱਡਾ ਵੱਡਾ ਉਹਦੇ ਘਰੇ ਕਲੇਸ਼, ਕੀ ਕੁਛ ਹੁੰਦਾ ਹੋਣਾ ਵੀ ਬੰਦਾ ਇਸ ਪੜਾਅ ਤੱਕ ਪਹੁੰਚਦਾ ਵੀ ਮੈਂ ਹੁਣ ਫਾਹਾ ਲੈ ਲਾਂ ਜਾਂ ਰੇਹਾਂ ਸਪਰੇਆਂ ਪੀ ਲਾਂ। ਸੋ ਸਾਨੂੰ ਜਾਗਣਾ ਪਊਗਾ, ਆਵਾਜ਼ ਬੁਲੰਦ ਕਰਨੀ ਪਊਗੀ। ਔਰ ਸੰਘਰਸ਼ ਬਹੁਤ ਵੱਡਾ, ਉਹ ਸੰਘਰਸ਼ ਜਿਹੜਾ ਗਦਰੀ ਬਾਬਿਆਂ ਨੇ ਲੜਿਆ ਸੀ ਆ ਕੇ ਉੱਥੋਂ, ਉਦੋਂ ਵੱਡਾ ਸੰਘਰਸ਼ ਆ। ਔਰ ਜਦੋਂ ਤੱਕ ਅਸੀਂ ਆਪਦੀ ਖੁਦਮੁਖਤਿਆਰੀ ਨਹੀਂ ਲੈਂਦੇ, ਖੁਦਮੁਖਤਿਆਰੀ ਤਾਂ ਇਹੀ ਆ, ਸਾਡੇ ਫੈਸਲੇ ਅਸੀਂ ਆਪ ਕਰੀਏ, ਪੰਜਾਬ ਕਰੇ, ਪੰਜਾਬ ਦੇ ਲੋਕ ਕਰਨ, ਉਦੋਂ ਤੱਕ ਇਹ ਗੁਲਾਮੀ ਆ। ਸੋ ਇਹਨੂੰ ਗਲੋਂ ਲਾਉਣਾ ਪੈਣਾ। ਔਰ ਇਹ ਗੱਲ ਨਹੀਂ ਹੁੰਦੀ ਵੀ ਯਾਰ ਹੁਣ ਮੈਨੂੰ ਕਹਿ ਦਿੰਦੇ ਆ ਵੀ ਇਹਨੂੰ ਲਾਏਗਾ ਕਿਵੇਂ ਯਾਰ। ਇੱਕ ਗੱਲ ਯਾਦ ਰੱਖਿਓ, ਬੜੀ ਇੰਪੋਰਟੈਂਟ ਗੱਲ ਆ, ਹਰ ਹਕੂਮਤ ਤੇ, ਹਰ ਰਿਆਸਤ ਤੇ ਇੱਕ ਟਾਈਮ ਆਉਂਦਾ ਹੁੰਦਾ ਜਦੋਂ ਉਹਦਾ ਬਹੁਤ ਵੀਕ ਲਿੰਕ ਹੁੰਦਾ ਹੈ, ਤੁਸੀਂ ਉਦੋਂ ਸੱਟ ਮਾਰਨੀ ਹੁੰਦੀ ਹੈ। ਹੁਣ ਉਹ ਟਾਈਮ 2 ਸਾਲਾਂ 'ਚ ਵੀ ਆ ਸਕਦਾ, 20 ਸਾਲਾਂ 'ਚ ਵੀ ਆ ਸਕਦਾ। ਉਦੋਂ ਹਜ਼ਾਰਾਂ ਬੰਦੇ ਜਾਂ ਇੱਕ ਲੋਕ ਲਹਿਰ 'ਚੋਂ ਕੁਝ ਜਿਹੜੇ ਆਗੂ ਆ ਉਹਨਾਂ ਦੇ, ਉਹ ਜਿਹੜੇ ਉਦੋਂ ਜਿਹੜੀ ਹਕੂਮਤ ਦੇ ਤਾਜ ਆ ਨਾ, ਉਦੋਂ ਸੜਕਾਂ ਤੇ ਪਏ ਹੁੰਦੇ ਆ, ਪਰ ਚੱਕਣ ਵਾਲਾ ਨਹੀਂ ਕੋਈ ਇੱਥੇ ਆਉਂਦਾ ਉਹਨਾਂ ਨੂੰ, ਕਿਉਂਕਿ ਚੱਕਦਾ ਉਹੀ ਆ ਜਿਹੜਾ ਇਸ ਗੁਰੂ ਦੇ ਲੜ ਲੱਗਿਆ ਹੋਵੇ, ਜਿਹਦੀ ਆਪਦੀ ਹੋਂਦ ਬਚਾਈ ਬੈਠਾ ਹੋਵੇ, ਜਿਹੜਾ ਸੰਘਰਸ਼ 'ਚ ਹੋਵੇ। ਤਾਂ ਹੀ ਤਾਂ ਸਿੰਘ ਕਹਿੰਦੇ ਹੁੰਦੇ ਸੀ ਨਾ, ਜਾਤ ਗੋਤ ਸਿੰਘਣ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਪੰਜਾਬ ਦਾ ਭਲਾ ਹੀ ਸਾਡਾ ਤਾਂ ਜੇ ਅਸੀਂ ਸੰਘਰਸ਼ਾਂ 'ਚ ਰਹੀਏ, ਸਾਡੇ 'ਚ ਆਪਦੀ ਕੌਮੀਅਤ ਦਾ ਅਹਿਸਾਸ ਜਾਂ ਸਾਡੀ ਹੋਂਦ ਕੀ ਹੈ ਇਹਦਾ ਅਹਿਸਾਸ ਹੀ ਤਾਂ ਆਉਂਦਾ, ਨਹੀਂ ਤਾਂ ਅਸੀਂ ਪਦਾਰਥਵਾਦ 'ਚ ਪੈ ਜਾਂਦੇ ਹਾਂ, ਕਿਉਂਕਿ ਪਦਾਰਥਵਾਦ ਹਾਵੀ ਇੰਨਾ ਹੋ ਰੱਖਿਆ। ਔਰ ਗੁਰੂ ਸਾਹਿਬ ਨੇ ਪਦਾਰਥ ਤੋਂ ਸਾਨੂੰ ਦੂਰ ਨਹੀਂ ਕੀਤਾ, ਪਰ ਗੁਲਾਮ ਨਹੀਂ ਹੋਣ ਦਿੱਤਾ। ਅੱਜ ਅਸੀਂ ਗੁਲਾਮ ਹੋ ਗਏ। ਸੋ ਸੰਘਰਸ਼ ਲੜਨਾ ਪਊਗਾ, ਲੰਬਾ ਸੰਘਰਸ਼ ਲੜਨਾ ਪਊਗਾ, ਔਰ ਟਾਈਮ ਦੀ ਵੇਟ ਕਰਨੀ ਪਊਗੀ ਵੀ ਤੁਹਾਨੂੰ ਖੁਦ ਮੁਖਤਿਆਰੀ ਮਿਲੂਗੀ। ਇਹ ਤੁਸੀਂ ਦੇਖ ਲਿਓ, ਇਹ ਹਕੂਮਤ ਹੀ ਦੇਊਗੀ, ਨਹੀਂ ਦੇਊਗੀ ਤਾਂ ਇਹਨਾਂ ਨੇ ਹੀ ਸਫਰ ਕਰਨਾ, ਔਰ ਇਕੱਲੇ ਸਾਨੂੰ ਨਹੀਂ ਮਿਲੂ। ਪੰਜਾਬ ਖੜਾ ਕਰੂਗਾ, ਇਸ ਖਿੱਤੇ ਦੀ ਜੀਓਪੋਲਿਟਿਕਸ ਡਿਸਾਈਡ ਕਰੂਗਾ। ਹੁਣ ਪੰਜਾਬ ਇਹ ਅੰਦੋਲਨ ਖੜਾ ਕਰੂਗਾ ਜਦੋਂ ਬਾਕੀ ਵੀ ਖੱਟਣਗੇ ਸਾਡੇ ਇਸ ਸੰਘਰਸ਼ ਤੋਂ। ਤੇ ਤੁਸੀਂ ਅੱਜ ਅਗਵਾਈ ਕਰਨੀ ਆ, ਬੜਾ ਇਤਿਹਾਸਿਕ ਟਾਈਮ ਆ ਸਾਡੇ ਲਈ। ਇਤਿਹਾਸ 'ਚ ਜੇ ਤੁਸੀਂ ਉਸ ਪਾਸੇ ਆਉਣਾ ਜਿਹੜਾ ਚੁੰਝਾਂ 'ਚ ਆਪਦੇ ਪਾਣੀ ਪਾ ਕੇ ਜੰਗਲ ਦੀ ਅੱਗ ਬੁਝਾਉਣ ਵਾਲੀ ਗੱਲ ਕਰਦੇ ਸੀ, ਤਾਂ ਤੁਸੀਂ ਵੇਖ ਲਓ ਹੁਣ ਜ਼ੁਲਮੀ ਆਪਦਾ ਕੰਮ ਕਰੀ ਜਾਂਦਾ। ਜੇ ਧਰਮੀ ਹੋ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਕਿ ਨਹੀਂ, ਇਹ ਤੁਹਾਡੇ ਤੇ ਆ। ਜ਼ੁਲਮੀ ਨੇ ਤਾਂ ਆਪਦਾ ਕੰਮ ਕਰੀ ਜਾਣਾ, ਇਹ ਵੀ ਮਹਾਰਾਜ ਦੀ ਮਰਜ਼ੀ ਹੈ ਨਾ। ਜ਼ੁਲਮੀ ਵੀ ਆ ਤੇ ਧਰਮੀ ਵੀ ਆ, ਪਰ ਅੱਜ ਧਰਮੀ ਨਹੀਂ ਆਪਦਾ ਕੰਮ ਕਰ ਰਹੇ। ਬੇਅਦਬੀਆਂ ਕਿਉਂ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ? ਕੋਈ ਕਰ ਸਕਦਾ? ਕਿਸੇ ਦੀ ਜ਼ੁਰਤ ਆ? ਜਾਂ ਗੁਰੂ ਸਾਹਿਬ ਚਾਹੁਣ ਕੋਈ ਇੱਥੋਂ ਤੱਕ ਪਹੁੰਚ ਸਕਦਾ? ਪਰ ਸਾਨੂੰ ਇਹ ਗੱਲ ਸਮਝਾਉਣ ਵਾਸਤੇ ਵੀ ਜ਼ੁਲਮੀ ਆਪਦਾ ਕੰਮ ਕਰ ਰਿਹਾ ਯਾਰ, ਧਰਮੀ ਤੁਸੀਂ ਕਰ ਰਹੇ ਹੋ ਕਿ ਨਹੀਂ ਕਰ ਰਹੇ? ਪਰ ਅਸੀਂ ਨਹੀਂ ਕਰ ਰਹੇ। ਅਸੀਂ ਤਾਂ ਇੰਨੀ ਗੱਲ ਵੀ ਸੋਚਣੋਂ ਹਟ ਗਏ ਵੀ ਡਰ ਲੱਗਦਾ ਯਾਰ ਆਹ ਗੱਲ ਕਹਿਣ ਤੋਂ। ਜੇ ਕੋਈ ਬੋਲਦਾ ਇਹਦੇ ਪਿੱਛੇ ਕੋਈ ਹੋਊਗਾ ਯਾਰ, ਇਹ ਤਾਂ ਨਹੀਂ ਬੋਲ ਸਕਦਾ। ਬੰਦਾ ਸੱਚਾ ਕਿਵੇਂ ਹੋ ਸਕਦਾ? ਦੇਖੋ ਅਸੀਂ ਪਹੁੰਚ ਕਿੱਥੇ ਗਏ ਆ, ਔਰ ਕਿਹੜੀਆਂ ਰੂਹਾਂ ਸਿਰਜੀਆਂ ਸੀ, ਕਿਹੜੇ ਅਮਲਾਂ ਤੇ ਲਾਈਆਂ ਸੀ ਗੁਰੂ ਸਾਹਿਬਾਨਾਂ ਨੇ। ਸੋ ਇੱਕ ਹੋਰ ਗੱਲ, ਕਿਸੇ ਨੇ ਸਵਾਲ ਕਰਤਾ ਵੀ ਅੱਜ ਅਸੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਪਹਿਲੀ ਦਰਜੇ ਦਾ ਨਾਗਰਿਕ ਹੋਣ ਦਾ ਅਹਿਸਾਸ ਸਾਡੇ ਤੋਂ ਹਕੂਮਤ ਲੈ ਗਈ ਆ, ਤੇ ਫਿਰ ਤੁਸੀਂ ਵੱਖ ਹੋ ਜਾਓ। ਯਾਰ ਵੱਖ ਹੋ ਕੇ ਤੁਸੀਂ ਇਹੋ ਜਿਹਾ ਕੁਛ ਕਿਉਂ ਨਹੀਂ ਕਰੋਗੇ? ਅਗਲੇ ਇਹ ਕਹਿੰਦੇ ਆ ਵੀ ਤੁਸੀਂ ਵੀ ਤਾਂ ਇਹੋ ਜਿਹਾ ਕੁਛ ਹੀ ਕਰੋਗੇ। ਇਜ਼ਰਾਈਲ ਨੇ ਕੀ ਕੀਤਾ? ਇਜ਼ਰਾਈਲ ਨੇ 2000 ਸਾਲ ਤੋਂ ਜ਼ਿਆਦਾ ਸਟਰਗਲ ਕਰਕੇ ਆਪਦਾ ਰਾਜ ਲਿਆ। ਯਹੂਦੀਆਂ ਨੇ ਬੜੇ ਵੱਡੇ ਉਹਨਾਂ ਤੇ ਹੌਲੋਕਾਸਟ ਘੱਲੂਘਾਰੇ ਹੋਏ ਆ, ਲੱਖਾਂ 'ਚ ਮਾਰੇ ਗਏ ਆ। ਪਰ ਅੱਜ ਉਹ ਵੀ ਉਵੇਂ ਜਿਵੇਂ ਅਮਰੀਕਾ ਕਰਦਾ, ਜਿਵੇਂ
ਹੋਰ ਦੇਸ਼ ਕਰੀ ਜਾਂਦੇ ਆ, ਜਰਵਾਣੇ ਆ ਜਿਹੜੇ, ਉਵੇਂ ਉਹ ਵੀ ਪੈਲਸਤਾਈਨੀਜ਼ ਤੇ ਉੱਥੇ ਜ਼ੁਲਮ ਕਰੀ ਜਾਂਦਾ, ਹੋਰ ਜਿਹੜੇ ਉੱਥੇ ਘੱਟ ਗਿਣਤੀ ਲੋਕ ਆ ਇਜ਼ਰਾਈਲ 'ਚ ਉਹਨਾਂ ਤੇ ਜ਼ੁਲਮ ਕਰੀ ਜਾਂਦਾ ਵੀ ਤੁਸੀਂ ਕਿਉਂ ਨਹੀਂ ਕਰੋਗੇ। ਪਰ ਸਾਡੇ ਕੋਲੇ ਤਾਂ ਬੈਠਾ, ਇਹ ਥੋੜੀ ਹਿੱਲਣ ਦਿੰਦਾ ਸਾਨੂੰ, ਇਹ ਫਰਕ ਆ। ਉਦੋਂ ਹੀ ਉੱਠ ਖੜਦੇ ਆ ਵੀ ਆਹ ਸਿੱਖਾਂ ਇਹ ਤਾਂ ਨਹੀਂ ਹੋ ਸਕਦਾ। ਜਦੋਂ ਖਾੜਕੂ ਸੰਘਰਸ਼ 'ਚ ਹਿੰਦੂ ਵੀਰਾਂ ਨੂੰ ਮਾਰਨ ਲੱਗ ਗਏ ਨਾ, ਕੁਝ ਘਟਨਾਵਾਂ ਹੋਈਆਂ ਕਿਤੇ, ਉਦੋਂ ਹੀ ਉੱਠ ਖੜੇ ਵੀ ਸਿੱਖ ਤਾਂ ਨਹੀਂ ਆਏ ਹੋ ਸਕਦਾ। ਅਸੀਂ ਤਾਂ ਸਾਂਝੀਵਾਲਤਾ ਦਾ ਪ੍ਰਤੀਕ ਹਾਂ, ਅਸੀਂ ਤਾਂ ਜ਼ੁਲਮੀ ਤੇ ਉਹਦੀ ਰੱਖਿਆ ਕਰਦੇ ਆ ਤੇ ਜਰਵਾਣੇ ਤੇ ਵਾਰ ਕਰਦੇ ਆ ਜਿਹੜਾ ਜ਼ੁਲਮੀ ਹੋਵੇ, ਮਜ਼ਲੂਮਾਂ ਦੀ ਰੱਖਿਆ ਕਰਦੇ ਆ। ਅਸੀਂ ਐਂ ਨਹੀਂ ਕਰ ਸਕਦੇ, ਅਸੀਂ ਤਾਂ ਅਕਾਲ ਦੀ ਸਿਆਸਤ ਕਰਦੇ ਹਾਂ ਤੇ ਧਰਮ ਵੀ ਅਕਾਲ ਦਾ। ਜਦੋਂ ਅਕਾਲ ਦਾ ਧਰਮ ਆ ਤਾਂ ਉੱਥੇ ਹਿੰਦੂ ਕੀ, ਮੁਸਲਿਮ ਕੀ, ਈਸਾਈ ਕੀ, ਕੋਈ ਦਲਿਤ ਕੀ ਤੇ ਸਿੱਖ ਕੀ, ਉਹ ਤਾਂ ਸਾਰੇ ਹੀ ਫਿਰ ਜਿਵੇਂ ਮਹਾਰਾਜ ਨੇ ਸਾਜੇ ਆ ਉਵੇਂ ਹੀ ਰੱਖਦੇ ਆ ਅਸੀਂ ਉਹਨਾਂ ਨੂੰ। ਅਸੀਂ ਵੰਨ ਸਵੰਨਤਾ ਨੂੰ, ਜਿਹੜੀ ਕਲਚਰਲ ਡਾਇਵਰਸਿਟੀ ਅਤੇ ਬਾਇਓ ਡਾਇਵਰਸਿਟੀ ਹੈ, ਵੰਨ ਸਵੰਨਤਾ, ਉਹਨੂੰ ਅਸੀਂ ਉਹਦੀ ਰੱਖਿਆ ਕਰਦੇ ਆ, ਉਹਨੂੰ ਪ੍ਰੋਟੈਕਟ ਕਰਦੇ ਆ। ਸੋ ਜਦੋਂ ਤੱਕ ਅਸੀਂ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ 'ਚ ਆ, ਉਦੋਂ ਤੱਕ ਨਹੀਂ ਹਿੱਲ ਸਕਦੇ। ਜਦੋਂ ਇੱਥੋਂ ਹਿੱਲੇ ਉਦੋਂ ਬਾਅਦ ਫਿਰ ਬਾਕੀਆਂ 'ਚ ਤੇ ਸਾਡੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ ਜੋ ਮੇਰੇ ਹਜੇ ਜ਼ਿਹਨ 'ਚ ਆਇਆ, ਦਿਮਾਗ 'ਚ ਆਇਆ, ਗੱਲਾਂ ਸਾਂਝੀਆਂ ਕਰਨੀਆਂ। ਜੇ ਕੋਈ ਹੋਰ ਗੱਲ ਕਰਨੀ ਹੋਵੇ, ਜਿਵੇਂ ਮੈਂ ਕਿਹਾ, ਜੇ ਦੋਨੇ ਪਾਸਿਓਂ ਆਦਾਨ ਪ੍ਰਦਾਨ ਹੋਵੇ ਥੋੜਾ ਜਿਹਾ ਵਧੀਆ ਰਹਿੰਦਾ ਉਹ। ਤੇ ਗੱਲ ਅੱਜ ਹੋਂਦ ਤੇ ਆ ਕੇ ਖੜੀ ਆ, ਜੇ ਹੋਂਦ ਦੀ ਲੜਾਈ ਲੜ ਰਹੇ ਆ ਤਾਂ ਬਹੁਤ ਜ਼ੋਰ ਲੱਗਣਾ। ਤਾਂ ਤੁਸੀਂ ਸਾਰਿਆਂ ਨੇ ਜਿਵੇਂ ਜਿਵੇਂ ਤੁਸੀਂ ਇਹਦੇ 'ਚ ਆਪਣੀ ਸ਼ਮੂਲੀਅਤ ਦੇ ਸਕਦੇ ਹੋ ਤੇ ਅਸੀਂ ਲੜੀਏ, ਕਿਉਂਕਿ ਇਹ ਤੋਂ ਬਿਨਾਂ ਕੋਈ ਹੱਲ ਨਹੀਂ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।